ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਪਰਵਾਨਾ ਸ਼ਾਹੋ ਕੋ ਸਤਿਗੁਰ ਕਰਿਓ ਵਿਚਾਰ। ਕੋ ਲਾਇਕ ਤਹ ਭੇਜਿਬੇ ਬੋਲੇ ਸਭਾ ਮਝਾਰ। ਸੁਨ ਪਰਵਾਨਾ ਸ਼ਾਹੋ ਕੋ ਸਤਿਗੁਰ ਕਰਿਓ ਵਿਚਾਰ। ਕੋ ਲਾਇਕ ਤਹ ਭੇਜਿਬੇ ਬੋਲੇ ਸਭਾ ਮਝਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਚਨ ਦਇਆ ਦੇ ਖਜ਼ਾਨੇ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਆਪਾਂ ਸਰਬੱਤ ਮਾਈ ਭਾਈ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਸ਼ਰਵਣ ਕਰਨ ਵਾਸਤੇ ਆਪ ਸਭ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਨਿਤਾ ਪ੍ਰਤੀ ਸ਼ਰਧਾ ਅਰ ਪ੍ਰੇਮ ਦੇ ਨਾਲ ਭਰਦੇ ਹੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਗਾਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਤੋਂ ਲੈ ਕਰਕੇ ਆਪਾਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਤੀਕਰ ਆਪਾਂ ਜਿਵੇਂ ਕਥਾ ਲੜੀਵਾਰ ਪੜ੍ਹ ਸੁਣ ਵਿਚਾਰ ਰਹੇ ਹਾਂ। ਜਥਾ ਪ੍ਰਸੰਗ ਸਤ ਸੰਗ ਜੀ ਆਪਾਂ ਪਿਛਲੇ ਦੀਵਾਨ ਅੰਦਰ ਸੁਣਿਆ ਵਿਚਾਰਿਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਪਾਸ ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ ਸਤਿਪੁਰਖ ਪਹੁੰਚੇ ਆ। ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰੇ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਰਹੀਆਂ। ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜਦੋਂ ਇੱਕ ਪਾਸੇ ਦੀ ਸੰਗਤ ਆਉਂਦੀ ਹੈ ਉਹ ਆਣ ਕੇ ਦਰਸ਼ਨ ਕਰਕੇ ਮੁੜ ਜਾਂਦੀ ਹੈ। ਕਿਤੇ ਮਸਾਂ ਇੱਕ ਅੱਧੀ ਵਾਰ ਉਹਨਾਂ ਦੇ ਦਰਸ਼ਨ ਦੀਦਾਰੇ ਮੇਲ ਮਿਲਾਪ ਹੁੰਦਾ ਹੈ ਸਿੱਖਾਂ ਦਾ ਆਪਸ ਵਿੱਚ। ਬੜੋ ਫੇਰ ਕਦੇ ਵੀ ਉਹਨਾਂ ਸੰਗਤਾਂ ਦੇ ਦਰਸ਼ਨ ਦੀਦਾਰੇ ਨਹੀਂ ਹੁੰਦੇ, ਕਿਉਂਕਿ ਕੋਈ ਸੰਗਤ ਕਦੋਂ ਆਉਂਦੀ ਹੈ ਕੋਈ ਸੰਗਤ ਕਦੋਂ ਆਉਂਦੀ ਹੈ। ਆਪ ਕੋਈ ਮਿਹਰਾਮਤ ਕਰੋ ਮਹਾਰਾਜ, ਇਹੋ ਜਿਹਾ ਕੋਈ ਜੋੜ ਮੇਲਾ ਮਿਹਰਾਮਤ ਬਖਸ਼ਿਸ਼ ਕਰੋ ਕਿ ਸਾਰੀਆਂ ਸੰਗਤਾਂ ਇੱਕੋ ਵਾਰ ਇਕੱਠੀਆਂ ਹੋ ਸਕਣ। ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਭਾਈ ਪਾਰੋ ਜੀ ਤੋਂ ਆਦਿ ਹੋਰ ਸਿਆਣੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਆਖਿਆ, ਭਾਈ ਪਾਰੋ ਜੀ ਸਾਡੇ ਵੀ ਮਨ ਦਾ ਇਹੋ ਖਿਆਲ ਸੀ, ਸਿੱਖਾਂ ਨੂੰ ਹੁਕਮਨਾਮੇ ਭੇਜੋ ਕਿ 1 ਵਿਸਾਖ ਨੂੰ ਇਕੱਠੇ ਹੋਇਆ ਕਰਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਇੱਥੇ ਗੁਰੂ ਦਰਬਾਰਾਂ ਅੰਦਰ ਵਿਸਾਖੀ ਦਾ ਮੇਲਾ ਮਨਾਇਆ ਜਾਵੇਗਾ। ਤੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਿੱਖ ਭੇਜ ਕੇ ਹੁਕਮਨਾਮੇ ਮਹਾਰਾਜ ਜੀਆਂ ਨੇ ਜਾਰੀ ਕਰ ਦਿੱਤੇ ਹੈ। ਜਦੋਂ ਹੀ ਵਿਸਾਖ ਦਾ ਮਹੀਨਾ ਚੜ੍ਹਨਾ ਹੈ, ਜਿੰਨੀ ਕੁ ਵਾਟ ਸੀ ਕਿਸੇ ਦੀ ਉਹਨਾਂ ਕੋ ਪਹਿਲਾਂ ਤੁਰ ਪਏ। ਤੋ ਇਸ ਤਰ੍ਹਾਂ ਚੇਤਰ ਦੇ ਮਹੀਨੇ ਵਿੱਚ ਹੀ ਤਿਆਰੀਆਂ ਕਰਕੇ ਸੰਗਤਾਂ ਪਹਿਲੀ ਵਿਸਾਖੀ ਤੋਂ ਪਹਿਲਾਂ ਹੀ ਗੋਇੰਦਵਾਲ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ। ਇੰਨੀ ਭੀੜ ਕਹਿੰਦੇ ਹੋਈ ਤਿਲ ਸੁੱਟਣ ਨੂੰ ਜਗ੍ਹਾ ਨਹੀਂ। ਇਹ ਸਿੱਖ ਪੰਥ ਦੇ ਅੰਦਰ ਪਹਿਲਾ ਜੋੜ ਮੇਲਾ ਹੈ, ਇਸ ਕਰਕੇ ਸੰਗਤਾਂ ਨੇ ਬੜਾ ਪ੍ਰੇਮ ਸ਼ਰਧਾ ਵਿਖਾਈ ਔਰ ਮਹਾਰਾਜ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਹੋਇਆਂ ਗੋਇੰਦਵਾਲ ਸਾਹਿਬ ਪਹੁੰਚੀਆਂ। ਕਿੰਨੇ ਦਿਨ ਹੀ ਸਾਧ ਸੰਗ ਜੀ ਲੰਗਰ ਚੱਲਦਾ ਰਿਹਾ। ਬਹੁਤ ਭਾਰੀ ਪ੍ਰਬੰਧ, ਬੜੇ ਵੱਡੇ ਤੰਬੂਆਂ ਵਿੱਚ ਸੰਗਤਾਂ
ਦਾ ਹੜ੍ਹ ਆਇਆ ਹੋਇਆ। ਤੋ 5, 7, 10 ਦਿਨ ਬਾਅਦ ਜਦੋਂ ਵੀ ਜੋੜ ਮੇਲਾ ਸੰਪੂਰਨ ਸਮਾਪਤ ਹੋਇਆ, ਗੁਰੂ ਕੀਆਂ ਸੰਗਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਗਾਉਂਦਿਆਂ ਹੋਇਆਂ ਆਪੋ ਆਪਣੇ ਪਿੰਡਾਂ, ਸ਼ਹਿਰਾਂ, ਨਗਰਾਂ ਨੂੰ ਪਹੁੰਚੇ ਹੈ। ਔਰ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਦੇਸ਼ਾਂ ਦੇਸ਼ਾਂ ਵਿੱਚ ਜਾ ਜਾ ਕੇ ਕੀਤੀ ਹੈ। ਇੱਧਰ ਮਹਾਰਾਜ ਦੀ ਵਡਿਆਈ ਸੁਣ ਕੇ ਜਿਹੜੇ ਕੋਈ ਉੱਚੀ ਜਾਤ ਦੇ ਖੱਤਰੀ ਬ੍ਰਾਹਮਣ ਹਨ, ਜਾਂ ਹੋਰ ਕੋਈ ਇਹੋ ਜਿਹੇ ਦੋਖੀ ਜਿਨ੍ਹਾਂ ਨੂੰ ਗੁਰੂ ਘਰ ਦੀ ਨਿੰਦਿਆ ਕਰਨ ਵਾਸਤੇ ਮੌਕਾ ਚਾਹੀਦਾ, ਇਹੋ ਜਿਹੇ ਗੁਰੂ ਘਰ ਦੇ ਦੋਖੀ ਜਿਹੜੇ ਆ, ਉਹਨਾਂ ਦੇ ਸੀਨੇ ਸੜੇ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਵਰਨ ਵੰਡ ਖਤਮ ਕਰ ਦਿੱਤੀ, ਜਾਤ ਪਾਤ ਰਹਿਣ ਹੀ ਨਹੀਂ ਦਿੱਤੀ। ਬ੍ਰਾਹਮਣ ਤੇ ਖੱਤਰੀਆਂ ਨੂੰ ਫਿਕਰ ਪੈਣ ਲੱਗਿਆ ਵੀ ਸਾਨੂੰ ਕੌਣ ਪੂਜੇਗਾ। ਜੇਕਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਸੇ ਤਰ੍ਹਾਂ ਹੀ ਮਿਹਰਾਮਤਾਂ ਕਰਦੇ ਰਹੇ, ਇੱਕੋ ਪੰਗਤ ਵਿੱਚ ਪ੍ਰਸ਼ਾਦਾ ਛਕਾਉਂਦੇ ਰਹੇ, ਤੇ ਸਾਨੂੰ ਉੱਚੀ ਜਾਤ ਦੇ ਬ੍ਰਾਹਮਣ ਜਾਣ ਕੇ ਕਿੰਨੇ ਮੱਥਾ ਟੇਕਣਾ। ਇਹਨਾਂ ਸਾਰਿਆਂ ਇਕੱਠ ਕੀਤਾ ਤੇ ਸਲਾਹ ਬਣਾਈ ਵੀ ਆਪਾਂ, ਅਕਬਰ ਬਾਦਸ਼ਾਹ ਉਦੋਂ ਲਾਹੌਰ ਆਇਆ ਹੋਇਆ ਸੀ, ਆਪਾਂ ਲਾਹੌਰ ਅਕਬਰ ਬਾਦਸ਼ਾਹ ਦੇ ਪਾਸ ਚੱਲੀਏ ਤੇ ਜਾ ਕੇ ਕੋਈ ਫਰਿਆਦ ਕਰੀਏ ਵੀ ਬੜੇ ਸਮੇਂ ਤੋਂ ਹਿੰਦੁਸਤਾਨ ਅੰਦਰ ਇਹ ਮਰਿਆਦਾ ਚੱਲੀ ਆਉਂਦੀ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਮਰਿਆਦਾ ਨੂੰ ਭੰਗ ਕਰ ਰਹੇ ਆ, ਇਹਨਾਂ ਨੂੰ ਰੋਕਿਆ ਜਾਵੇ। ਚਲੋ ਇਹਨਾਂ ਵਿਉਂਤ ਬਣਾ ਕਰਕੇ ਇਹ ਸਾਰਾ ਹੀ ਦੋਖੀਆਂ ਦਾ ਟੋਲਾ ਜਾ ਲਾਹੌਰ ਪਹੁੰਚਿਆ। ਅਕਬਰ ਦੇ ਦਰਬਾਰ ਅੰਦਰ ਫਰਿਆਦੀ ਹੋਏ, ਜਾ ਕੇ ਰੋਏ ਹੈ ਵੀ ਇਹ ਬਾਦਸ਼ਾਹ ਰੋਕੋ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਉਹਨਾਂ ਵਰਨ ਵੰਡ ਖਤਮ ਕਰ ਰਹੇ ਆ, ਸਾਨੂੰ ਬ੍ਰਾਹਮਣਾਂ ਨੂੰ ਕੌਣ ਪੂਜੇਗਾ। ਤੋ ਆਪ ਕਿਰਪਾ ਕਰੋ, ਤੁਸੀਂ ਉਹ ਇਕੱਲੇ ਜਿਹੜੇ ਗੁਰੂ ਅਮਰਦਾਸ ਜੀ ਨੂੰ ਰੋਕ ਸਕਦੇ ਹੋ। ਉਹ ਆਪਦਾ ਹੀ ਪੰਥ ਚਲਾ ਲਿਆ ਹੈ ਉਹਨਾਂ ਨੇ। ਤੋ ਵਿੱਚੇ ਵਿੱਚ ਜਣਾਇਆ ਚਾਹੁੰਦੇ ਆ ਵੀ ਤੁਹਾਡੇ ਵੀ ਧਰਮ ਨੂੰ ਖਤਰਾ ਹੈ, ਇਸਲਾਮ ਨੂੰ ਵੀ ਖਤਰਾ ਹੈ। ਅਕਬਰ ਸਿਆਣਾ ਬਾਦਸ਼ਾਹ, ਇਹਨੇ ਆਖਿਆ ਕੋਈ ਗੱਲ ਨਹੀਂ, ਤੁਸੀਂ 1-2 ਰਾਤਾਂ ਇੱਥੇ ਠਹਿਰੋ ਲਾਹੌਰ ਵਿੱਚ, ਤੇ ਆਪਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੁਨੇਹਾ ਭੇਜ ਕੇ ਮੰਗਾ ਲੈਂਦੇ ਹਾਂ ਲਾਹੌਰ। ਜਿਵੇਂ ਫਿਰ ਉਹਨਾਂ ਦਾ ਪੱਖ ਸੁਣਿਆ ਜਾਵੇਗਾ, ਤੇ ਜਿਵੇਂ ਵੀ ਫਿਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਸੱਚ ਝੂਠ ਦਾ ਨਿਤਾਰਾ ਹੋਇਆ, ਫਿਰ ਉਹੋ ਜਿਹਾ ਆਪਾਂ ਕੋਈ ਵਰਤਾਂਗੇ ਹੀਲਾ ਵੀ ਜੇਕਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਪੱਖ ਝੂਠਾ ਨਿਕਲਿਆ ਤੇ ਆਪਾਂ ਰੋਕਾਂਗੇ ਤੁਹਾਡੇ ਅਧੀਨ ਰਹਿਣ। ਜੇ ਤੁਸੀਂ ਭਾਈ ਝੂਠੇ ਨਿਕਲੇ ਤੇ ਫਿਰ ਉਹਦਾ ਵੀ ਨਿਬੇੜਾ ਹੋਵੇਗਾ। ਇਹ ਬ੍ਰਾਹਮਣ ਜਾਂ ਇਹ ਜਿੰਨੇ ਵੀ ਫਰਿਆਦੀ ਹੋਏ ਆ, ਇਹ ਉੱਥੇ ਰੁਕ ਗਏ। ਅਕਬਰ ਬਾਦਸ਼ਾਹ ਨੇ ਆਪਣੇ ਪਰਵਾਨੇ ਭੇਜੇ ਆ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਗੋਇੰਦਵਾਲ ਸਾਹਿਬ, ਚਿੱਠੀਆਂ ਲਿਖ ਭੇਜੀਆਂ ਵੀ ਹੇ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੇ ਤੇ ਦਰਖਾਸ਼ ਆਈ ਹੈ, ਇਹ ਕੁਝ ਲਾਗੇ ਇਲਾਕੇ ਦੀਆਂ ਮੋਹਤਬਰ ਜਿਹੜੇ ਪੰਚਾਇਤਾਂ ਆਦਿਕ ਜਿਹੜੇ ਬ੍ਰਾਹਮਣ ਖੱਤਰੀ ਉੱਚੇ ਘਰਾਣਿਆਂ ਜਾਤਾਂ ਵਾਲੇ ਤੁਹਾਡੇ ਤੇ ਫਰਿਆਦੀ ਹੋਏ ਆਏ ਆ ਸਾਡੇ ਪਾਸ। ਉਹ ਇਸ ਤਰ੍ਹਾਂ ਤੁਹਾਡੇ ਤੇ ਕੋਈ ਦੋਸ਼ ਲਾ ਰਹੇ ਆ, ਤੇ ਕਚਹਿਰੀ ਵਿੱਚ ਤੁਸੀਂ ਵੀ ਆਓ ਤੇ ਆਪਣਾ ਪੱਖ ਰੱਖੋ ਤਾਂ ਕਿ ਸੱਚ ਝੂਠ ਦਾ ਨਿਬੇੜਾ ਹੋਵੇ। ਜੇ ਤੁਸੀਂ ਨਹੀਂ ਆਉਣਾ ਤੇ ਫਿਰ ਜਿਵੇਂ ਇਹ ਕਹਿਣਗੇ ਬ੍ਰਾਹਮਣ ਤੇ ਖੱਤਰੀ, ਇਹਨਾਂ ਦੇ ਅਧੀਨ ਤੁਹਾਨੂੰ ਚੱਲਣਾ ਪਵੇਗਾ। ਜਿਵੇਂ ਵੀ ਆਖਣਗੇ ਵੀ ਜੇ ਪੰਗਤਾਂ ਅੱਡੋ ਅੱਡ ਲੱਗਣ, ਬ੍ਰਾਹਮਣਾਂ ਦੀਆਂ, ਖੱਤਰੀਆਂ ਦੀਆਂ, ਸੂਦਰਾਂ ਦੀਆਂ, ਬੈਸਾਂ ਦੀਆਂ, ਤੁਹਾਨੂੰ ਉਸੇ ਤਰ੍ਹਾਂ ਲਾਉਣੀਆਂ ਪੈਣਗੀਆਂ। ਇਹ ਪਰਵਾਨੇ ਮਹਾਰਾਜ ਪਾਸ ਆਏ ਆ, ਸਤਿਗੁਰਾਂ ਨੇ ਉਹ ਪਰਵਾਨਾ ਸਾਰਾ ਪੜ੍ਹਿਆ ਸੁਣਿਆ ਵੇਖਿਆ ਹੈ। ਇੱਥੋਂ ਤੀਕਰ ਆਪਾਂ ਕਥਾ ਪਿਛਲੇ ਦੀਵਾਨ ਸਮਾਗਮ ਅੰਦਰ ਸਰਵਣ ਕੀਤੀ ਹੈ।
ਅੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਵਿਚਾਰ ਕਰਦੇ ਵੀ ਕੌਣ ਯੋਗ ਹੈ ਜਿਹੜਾ ਉਸ ਅਦਾਲਤ ਵਿੱਚ ਜਿੱਥੇ ਬੜੇ ਚਤੁਰ ਬ੍ਰਾਹਮਣ ਬੈਠੇ ਆ ਉਹਨਾਂ ਨੂੰ ਜਵਾਬ ਦੇਵੇ, ਉਹਨਾਂ ਦੀ ਗੱਲ ਨੂੰ ਮੋੜ ਪਾਵੇ। ਫਿਰ ਵਿਚਾਰ ਕਰਕੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀਆਂ ਨੂੰ ਫਿਰ ਲਾਹੌਰ ਭੇਜਦੇ ਆ। ਜਥਾ ਫਿਰ ਅੱਗੇ ਉਹਨਾਂ ਬ੍ਰਾਹਮਣਾਂ ਨੂੰ ਹਾਰ ਖਾਣੀ ਪਈ, ਵਿਚਾਰ ਵਿੱਚ ਹਰਾਇਆ ਗੁਰੂ ਰਾਮਦਾਸ ਮਹਾਰਾਜ ਜੀ। ਇਹਨਾਂ ਨੂੰ ਗੱਲ ਨਾ ਆਈ ਤੇ ਮਹਾਰਾਜ ਦੇ ਦਰ ਘਰ ਦੀ ਆਸ਼ਾ ਸਿਧਾਂਤ ਗੁਰੂ ਰਾਮਦਾਸ ਮਹਾਰਾਜ ਨੇ ਦੱਸਿਆ ਵੀ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਦਰ ਇਕੱਲੇ ਬ੍ਰਾਹਮਣਾਂ ਲਈ ਨਹੀਂ, ਸਾਰਿਆਂ ਲਈ ਖੁੱਲ੍ਹਾ ਹੈ। ਕਬੀਰ ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੈ ਛੋਡੀਐ ਜੋ ਦਰ ਐਸਾ ਹੋਏ। ਤੋ ਐਸੇ ਦਰ ਘਰ ਦਾ ਆਸ਼ਾ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਿਧਾਂਤ ਅਕਬਰ ਦੀ ਕਚਹਿਰੀ ਵਿੱਚ ਦੱਸਿਆ ਸੁਣਾਇਆ ਹੈ, ਉਹ ਸਾਰੀ ਕਥਾ ਵਾਰਤਾ ਅੱਗੇ ਆ ਰਹੀ ਹੈ। ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤ ਮਨ ਚਿਤ ਬਿਰਤੀਆਂ ਕਾਗਰ ਕਰੋ, ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਪਰਵਾਨਾ ਸ਼ਾਹੋ ਕੋ। ਤੋ ਅੱਗੇ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਆ, ਜਦੋਂ ਬਾਦਸ਼ਾਹ ਅਕਬਰ ਦੇ ਪਾਸੋਂ ਪਰਮਾਨਾ ਆਇਆ ਕਿ ਮਹਾਰਾਜ ਨੇ ਤੁਹਾਡੇ ਤੇ ਪੁਕਾਰੀ ਹੋਏ ਕੁਝ ਬ੍ਰਾਹਮਣ ਖੱਤਰੀ ਜਾਂ ਇਲਾਕੇ ਦੇ ਲੋਕ ਆਏ ਹੈ, ਆਪਣਾ ਪੱਖ ਰੱਖੋ। ਇਹ ਚਿੱਠੀ, ਇਹ ਬੇਨਤੀ ਅਕਬਰ ਦੀ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸੁਣੀ ਹੈ, ਸਤਿਗੁਰ ਕਰਿਓ ਵਿਚਾਰ। ਗੁਰੂ ਗਰੀਬ ਨਵਾਜ ਜੀਆਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ, ਕੋ ਲਾਇਕ ਤਹ ਭੇਜਬੇ, ਵੀ ਕਿਹੜਾ ਲਾਇਕ ਹੈ ਜਿਹਨੂੰ ਅਸੀਂ ਉੱਥੇ ਭੇਜੀਏ ਅਦਾਲਤ ਦੇ ਵਿੱਚ। ਕਿਹੜਾ ਸਾਡਾ ਸਿੱਖ ਯੋਗ ਹੈ ਜਿਹੜਾ ਉੱਥੇ ਇਹਨਾਂ ਦੀ ਗੱਲ ਵਿੱਚ ਗੱਲ ਪਾਵੇਗਾ। ਬੋਲੇ ਸਭਾ ਮਝਾਰ, ਕਿਉਂਕਿ ਸਭਾ ਦਰਬਾਰ ਆਮ ਨਹੀਂ ਨਾ, ਉਹ ਰਾਜੇ ਦੀ ਕਚਹਿਰੀ ਹੈ। ਦੂਜੀ ਗੱਲ, ਜਿਹੜੇ ਉੱਥੇ ਫਰਿਆਦੀ ਹੋਏ ਗਏ ਆ ਉਹ ਕੋਈ ਆਮ ਸਧਾਰਨ ਮਨੁੱਖ ਨਹੀਂ, ਬੜੇ ਵਿਦਵਾਨ ਪੰਡਤ ਹਨ ਤੇ ਉਹਨਾਂ ਨੂੰ ਉਹਨਾਂ ਦੀ ਗੱਲ ਨੂੰ ਮੋੜ ਪਾਵੇ ਕੋਈ। ਕਿਹੜਾ ਲਾਇਕ ਹੈ ਜਿਹੜਾ ਉਹ ਬਾਦਸ਼ਾਹ ਅਕਬਰ ਦੀ ਕਚਹਿਰੀ ਵਿੱਚ ਬੋਲੇ, ਉਸ ਦੀ ਅਦਾਲਤ ਦੇ ਵਿੱਚ ਇਹਨਾਂ ਸਾਰਿਆਂ ਬ੍ਰਾਹਮਣਾਂ ਨੂੰ ਮੂੰਹ ਦੀ ਸੁਣਾਵੇ, ਇਹਨਾਂ ਦੀ ਗੱਲ ਦਾ ਸੁਚੱਜੇ ਢੰਗ ਨਾਲ ਜਵਾਬ ਦੇਵੇ। ਚਾਪਈ ਅਜਰ ਜਰਨ ਅਰ ਚਤੁਰ ਮਹਾਨਾ। ਮਹਾਰਾਜ ਵਿਚਾਰ ਕਰ ਰਹੇ ਵੀ ਜਿਹੜਾ ਕਿਸੇ ਦੀ ਗੱਲ ਨੂੰ ਜਰਨਾ ਵੀ ਜਾਣਦਾ ਹੋਵੇ। ਇੱਕ ਤਾਂ ਹੁੰਦੇ ਆ ਨਾ, ਉਹ ਗੱਲ ਅੱਧੀ ਕੋ ਦੱਸੋ ਤੇ ਅੱਗੇ ਵਿੱਚ ਹੀ ਬੋਲਣ ਲੱਗ ਜਾਂਦੇ ਆ। ਮਹਾਰਾਜ ਵਿਚਾਰ ਕਰਦੇ ਵੀ ਕੋਈ ਐਸਾ ਹੋਵੇ ਜਿਹੜਾ ਅਜਰ ਨੂੰ ਜਰਨ ਵਾਲਾ ਹੋਵੇ, ਕੋਈ ਉੱਥੇ ਮੰਦਾ ਵੀ ਬੋਲੇ ਉਹਦਾ ਜਵਾਬ ਦਲੀਲ ਨਾਲ ਦੇਣ ਵਾਲਾ ਹੋਵੇ, ਔਰ ਫਿਰ ਚਤੁਰ ਸਿਆਣਾ ਵੀ ਹੋਵੇ, ਡਾਢਾ ਸਿਆਣਾ ਹੋਵੇ ਤੇ ਨਾ ਜਰੀਆਂ ਜਾਣ ਵਾਲੀਆਂ ਗੱਲਾਂ ਨੂੰ ਵੀ ਜਰ ਕੇ ਫਿਰ ਉਹਦਾ ਦਲੀਲ ਨਾਲ ਜਵਾਬ ਦੇਵੇ। ਕਹਿਣ ਸੁਣਨ ਗਤ ਜਾਣੈ ਨਾਨਾ, ਤੇ ਕਹਿਣ ਦੀ ਤੇ ਸੁਣਨ ਦੀ ਨਾਨਾ ਤਰ੍ਹਾਂ ਭਾਵ ਕਿ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਗੱਲਾਂ ਕਹਿਣੀਆਂ ਔਰ ਸੁਣਨੀਆਂ ਜਾਣਦਾ ਹੋਵੇ। ਜਥਾ ਯੋਗ ਪ੍ਰਸ਼ਨ ਉੱਤਰਤ ਕਰੈ, ਤੇ ਜਥਾ ਯੋਗ ਹੋਵੇ ਫਿਰ ਪ੍ਰਸ਼ਨਾਂ ਦੇ ਉੱਤਰ ਵੀ ਕਰੇ। ਜਥਾ ਪ੍ਰਸ਼ਨ ਹੋਵੇ, ਜਥਾ ਪ੍ਰਸ਼ਨ ਯੋਗ ਉੱਤਰ ਕਰੇ। ਅਨਵੇ ਅਰਥ ਕਰੀਏ ਤੇ ਜਿਹੋ ਜਿਹਾ ਯੋਗ ਹੋਵੇ ਪ੍ਰਸ਼ਨ ਦਾ ਉੱਤਰ, ਉਹੋ ਜਿਹਾ ਜਵਾਬ ਦੇਵੇ। ਔਰ ਜਿਹੋ ਜਿਹਾ ਅੱਗੋਂ ਉੱਤਰ ਸੁਣੇ ਤੇ ਮੁੜ ਕੇ ਉਸ ਹਿਸਾਬ ਨਾਲ ਫਿਰ ਉਹਨਾਂ ਨੂੰ ਪ੍ਰਸ਼ਨ ਕਰੇ। ਪ੍ਰਸ਼ਨਾਂ ਦੇ ਉੱਤਰ ਤੇ ਉੱਤਰ ਤੋਂ ਬਾਅਦ ਫਿਰ ਯੋਗ ਪ੍ਰਸ਼ਨ ਕਰਨ ਵਾਲਾ ਕੋਈ ਹੋਵੇ। ਪੂਰੇ ਬਨਹਿ ਪੁਕਾਰ ਜੇ ਧਰੈ, ਤੇ ਕਹਿੰਦੇ ਆ ਕਿ ਐਸਾ ਕੋਈ ਹੋਵੇ ਜਿਹੜਾ ਕੂਰੇ ਬਨਹਿ ਪੁਕਾਰ ਜੇ ਧਰੈ, ਜਿਹਦੀਆਂ ਦਲੀਲਾਂ ਸੁਣ ਕੇ ਅਕਬਰ ਦੀ ਕਚਹਿਰੀ ਵਿੱਚ ਜਿਹੜੇ ਫਰਿਆਦੀ ਹੋਏ ਝੂਠੇ ਲੋਕ ਗਏ ਆ ਸਾਡੇ ਤੇ ਦੋਸ਼ ਲਾਉਣ ਵਾਸਤੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਨੂੰ ਇਹ ਮਾੜਾ ਦੱਸਦੇ ਆ ਜਿਹੜੇ ਅਕਬਰ ਦੀ ਕਚਹਿਰੀ ਵਿੱਚ,
ਉਹ ਸਾਰਿਆਂ ਦੇ ਸਾਰੇ ਸਾਰਿਆਂ ਨੂੰ ਝੂਠਾ ਕਰ ਦੇਵੇ। ਜਿਹੜਾ ਇਹੋ ਜਿਹਾ ਕੋਈ ਸਿਆਣਾ ਹੋਵੇ ਸਭ ਵਿਦ ਕੋ ਲਾਇਕ ਮਨ ਜਾਨਾ। ਤੇ ਮਨ ਕਰਕੇ ਫਿਰ ਵਿਚਾਰ ਕਰਦੇ ਕਰਦੇ ਗੁਰੂ ਅਮਰਦਾਸ ਜੀਆਂ ਨੇ ਇਹ ਜਾਣਿਆ, ਇਹ ਸਿੱਟੇ ਤੇ ਪਹੁੰਚੇ ਆ ਰਾਮਦਾਸ ਗੁਣ ਮਨਹ ਖਜ਼ਾਨਾ। ਵੀ ਜਿਹੜੇ ਧੰਨ ਸ਼੍ਰੀ ਰਾਮਦਾਸ ਜੀ ਸਾਡੇ ਜਮਾਤਾ ਹਨ, ਬੀਬੀ ਭਾਨੀ ਜੀਆਂ ਦੇ ਵਾਰ, ਉਹ ਸਾਰੇ ਪਾਸਿਓਂ ਲਾਇਕ ਹਨ। ਗੱਲ ਸਹਿਣੀ ਵੀ ਜਾਣਦੇ ਔਰ ਕਰਨੀ ਵੀ ਜਾਣਦੇ ਹਨ। ਨਿਕਟ ਹਕਾਰਿਓ ਲੀਨ ਬਿਠਾਏ। ਇਹ ਵਿਚਾਰ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਪਦੇ ਪਾਸ ਬੁਲਾਇਆ ਤੇ ਬਿਠਾਇਆ ਹੈ। ਹਿਤ ਸੋਨੀ ਕੇ ਤਿਹ ਸਮਝਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਰਾਮਦਾਸ ਜੀ ਨੂੰ ਬੜੇ ਚੰਗੇ ਢੰਗ ਨਾਲ ਪਿਆਰ ਨਾਲ ਸਮਝਾਉਣਾ ਕੀਤਾ ਹੈ। ਹੇ ਸਤ ਦਿਜ ਖੱਤਰੀ ਕੁਲਵਾਨ। ਇਹ ਸਾਡੇ ਪੁੱਤਰ ਦੇ ਸਦਰਸ ਸ਼੍ਰੀ ਰਾਮਦਾਸ ਜੀ ਜਾਣੋ ਵੀ ਜਿਹੜੇ ਖੱਤਰੀ ਹਨ ਤੇ ਉੱਚੀ ਜਾਤ ਦੇ ਜਿਹੜੇ ਬ੍ਰਾਹਮਣ ਹਨ, ਵਿਦਵਾਨ ਆਦਿਕ, ਗਏ ਪੁਕਾਰੂ ਜਾਤ ਗੁਮਾਨ। ਤੇ ਉਹ ਜਾਤ ਦੇ ਗੁਮਾਨੀ ਹੰਕਾਰੀ, ਜਿਨ੍ਹਾਂ ਨੂੰ ਸ਼ੂਦਰਾਂ ਦਾ ਤੇ ਬ੍ਰਾਹਮਣਾਂ ਦਾ, ਉੱਚੀ ਨੀਵੀਂ ਜਾਤ ਵਾਲਿਆਂ ਦਾ ਇੱਕੋ ਪੰਗਤ ਵਿੱਚ ਬਹਿ ਕੇ ਛਕਣਾ ਚੰਗਾ ਨਹੀਂ ਲੱਗਦਾ। ਹੇ ਪੁੱਤਰ ਸ਼੍ਰੀ ਰਾਮਦਾਸ ਜੀ, ਉਹ ਫਰਿਆਦੀ ਹੋ ਬੈਠੇ ਆ, ਅਕਬਰ ਦੀ ਕਚਹਿਰੀ ਜਾ ਪਹੁੰਚੇ ਦਰਖਾਸਤ ਲੈ ਕੇ। ਹਮਕੋ ਦੇਖ ਸਕਹਿ ਨਹਿ ਕੋਏ। ਤੇ ਇਸ ਪ੍ਰਕਾਰ ਉਹ ਨਹਿ ਸੋਏ, ਉਹ ਸਾਡੀ ਸੋਭਾ ਨਹੀਂ ਜਰ ਸਕਦੇ, ਜਾਂ ਕਹਿ ਲਓ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਜਿਹੜੀ ਵਡਿਆਈ ਹੈ ਉਹਨੂੰ ਜਾਣ ਨਹੀਂ ਸਕਦੇ, ਜਾਣ ਨਹੀਂ ਸਕੇ ਹਨ। ਤੇ ਇਉਂ ਦੋਸ਼ ਲਾਉਣ ਵਾਸਤੇ ਕਚਹਿਰੀ ਫਰਿਆਦੀ ਹੋ ਗਏ ਆ। ਅਗਿਆਨੀ ਮਤ ਮੂਰਖ ਹੋਏ। ਉਹ ਸਾਰੇ ਅਗਿਆਨੀ ਤੇ ਮਨ ਦੇ ਮੂਰਖ, ਭੈੜੀ ਮਤ ਵਾਲੇ ਮੂਰਖ ਰਲੇ ਹੋਏ ਹਨ। ਬਹੁਪੁਰ ਕੇ ਮਿਲ ਗਏ ਫਿਰਾਦੀ। ਤੇ ਫਿਰ ਕੱਲੇ ਨਹੀਂ, ਬੜੇ ਲਾਗੇ ਲਾਗੇ ਪਿੰਡਾਂ ਦੇ ਇਹ ਦਰਖਾਸਤੀ ਹੋ ਕਰਕੇ ਉੱਥੇ ਪਹੁੰਚੇ ਹਨ, ਅਪੀਲ ਲੈ ਪਹੁੰਚੇ। ਲਾਗੇ ਲਾਗੇ ਪਿੰਡਾਂ ਦੇ ਕੁਝ ਬ੍ਰਾਹਮਣ ਆ, ਕੁਝ ਖੱਤਰੀ ਉੱਚੀ ਜਾਤ ਦੇ, ਤੇ ਅਕਬਰ ਦੇ ਦਰਬਾਰ ਵਿੱਚ ਜਾ ਪਹੁੰਚੇ ਆ। ਮਤ ਸਰਕਾਰ ਮਿਥਿਆ ਅਪਵਾਦੀ। ਕਾਰਨ ਕੋਈ ਨਹੀਂ ਹੈ, ਈਰਖਾ ਕਰਦੇ, ਈਰਖਾ ਦੇ ਕਾਰਨ ਝਗੜਾ ਪਾ ਰਹੇ ਹਨ, ਝਗੜਾਲੂ ਹਨ, ਨਿੰਦਕ ਹਨ। ਬੀਚ ਕਚਹਿਰੀ ਕੇ ਸੰਵਾਦ। ਤੇ ਉਹਨਾਂ ਦੇ ਨਾਲ ਅਕਬਰ ਦੀ ਕਚਹਿਰੀ ਦੇ ਵਿੱਚ ਵਿਚਾਰ ਕਰਨੀ ਹੈ, ਸੰਵਾਦ, ਜਿਹੜਾ ਵਿਚਾਰ ਵਟਾਂਦਰਾ ਹੋਣਾ ਹੈ। ਕਹਿ ਕਹਿ ਜੀਤਾ ਧਰ ਅਹਲਾਦ। ਤੇ ਇਸ ਪ੍ਰਕਾਰ ਕਹਿ ਕਹਿ ਜੀਤਾ, ਉਹਨਾਂ ਨੂੰ ਉਹਨਾਂ ਦੀ ਗੱਲਾਂ ਦੇ, ਪ੍ਰਸ਼ਨਾਂ ਦੇ ਉੱਤਰ ਕਹਿ ਕਹਿ ਕੇ ਤੇ ਉਹਨਾਂ ਨੂੰ ਜਿੱਤਣਾ ਕਰੋ, ਬੜੇ ਸੁੰਦਰਤਾ ਨਾਲ, ਸੁਚੱਜੇ ਢੰਗ ਦੇ ਨਾਲ। ਜਿਮ ਬੂਝਹਿ ਤੁਮ ਦੇਹੁ ਜਵਾਬ। ਇਹ ਸ਼੍ਰੀ ਰਾਮਦਾਸ ਜੀ, ਤੁਸੀਂ ਲਾਹੌਰ ਜਾਓ ਤੇ ਜਿਵੇਂ ਫਿਰ ਉਹ ਪੁੱਛਣਗੇ ਤੁਹਾਨੂੰ, ਵਲ ਪਾਉਣਗੇ, ਪ੍ਰਸ਼ਨ ਚਤੁਰਾਈ ਨਾਲ ਪੁੱਛਣਗੇ ਬ੍ਰਾਹਮਣ ਲੋਕ, ਉਹਨਾਂ ਦਾ ਜਵਾਬ ਬੜੇ ਸੁਚੱਜੇ ਢੰਗ ਦੇ ਨਾਲ ਤੁਸੀਂ ਦੇਣਾ ਕਰੋ। ਕਰਹਾਨ ਡੇਰੀ ਜਾਹੋ ਸ਼ਿਤਾਬ। ਦੇਰੀ ਨਾ ਕਰੋ ਤੇ ਛੇਤੀ ਨਾਲ ਤੁਸੀਂ ਲਾਹੌਰ ਚਾਲਾ ਪਾ ਦੇਵੋ। ਸੁਣਤ ਖਰੇ ਹੋਏ ਬਿਨਤੀ ਠਾਨੀ। ਸੁਣ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਖੜੇ ਹੋਏ ਆ। ਗੁਰੂ ਅਮਰਦਾਸ ਜੀ ਪਾਤਸ਼ਾਹ ਅੱਗੇ ਝੁਕ ਕਰਕੇ ਇਹਨਾਂ ਬੇਨਤੀ ਕੀਤੀ ਆ। ਹੇ ਸਤਿਗੁਰ ਸਭ ਮਤ ਗੁਣ ਖਾਨੀ। ਆਖਿਆ, ਹੇ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਸਾਰੀਆਂ ਮਤਾਂ ਮਤਾਂਤਰਾਂ ਦੇ ਗੁਣਾਂ ਕਰਕੇ ਖਾਨ ਹੋ, ਖਜ਼ਾਨੇ ਹੋ। ਤੁਮਰੇ ਪ੍ਰੇਮ ਬਿਨਾ ਕੁਛ ਆਨ। ਤੇ ਮਹਾਰਾਜ ਹੁਣ ਸਾਨੂੰ ਤਾਂ ਤੁਹਾਡੇ ਪ੍ਰੇਮ ਬਿਨਾ ਆਉਂਦਾ ਹੀ ਕੱਖ ਨਹੀਂ। ਸਾਨੂੰ ਤਾਂ ਮਹਾਰਾਜ ਕੁਝ ਨਹੀਂ ਆਉਂਦਾ, ਨਾ ਕੋਈ ਗੱਲ ਕਰਨੀ ਆਉਂਦੀ ਹੈ। ਕੇਵਲ ਤੇ ਕੇਵਲ ਮਹਾਰਾਜ ਅਸੀਂ ਤਾਂ ਤੁਹਾਨੂੰ ਪ੍ਰੇਮ ਕਰਨਾ ਜਾਣਦੇ ਹਾਂ। ਤੁਹਾਡੇ ਪ੍ਰੇਮ ਤੋਂ ਬਿਨਾਂ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਨਹੀਂ ਕੁਝ ਆਉਂਦਾ ਜੇ। ਮੈਂ ਨਹਿ ਜਾਣਤ ਕਹਾਂ ਬਖਾਨ। ਅਸੀਂ ਨਹੀਂ ਜਾਣਦੇ ਮਹਾਰਾਜ, ਜਦੋਂ ਪ੍ਰੇਮ ਕਰੇ ਤੋਂ ਬਿਨਾਂ ਸਾਨੂੰ ਕੁਝ ਆਉਂਦਾ ਹੀ ਵੀ ਨਹੀਂ ਮਹਾਰਾਜ ਤੁਹਾਡੇ ਪ੍ਰੇਮ ਤੋਂ ਬਿਨਾਂ। ਤੇ ਉਹਨਾਂ ਵਿਦਵਾਨਾਂ ਵਿੱਚ ਮਹਾਰਾਜ ਅਸੀਂ ਜਾ ਕੇ ਕੀ ਬੋਲਾਂਗੇ, ਕੀ ਆਖਾਂਗੇ। ਗਾਇਤਰੀ ਸ਼ਰਤ ਸਿਮਰਤ ਸਾਰ। ਆ ਜਿਹੜੀ ਗਾਇਤਰੀ ਬੋਲਣੀ ਆ, ਵੇਦਾਂ ਦੀਆਂ ਸਿਮਰਤੀਆਂ ਆਦਿਕ ਹਨ, ਇਹਨਾਂ ਦਾ ਸਾਰ ਸਿਧਾਂਤ ਹੈ। ਪਠੇ ਨ ਕਬਹੂ ਕਰੇ ਵਿਚਾਰ। ਨਾ ਕਦੀ ਗਾਇਤਰੀ ਪੜ੍ਹੀ, ਨਾ ਵੇਦਾਂ ਦੀ ਵਿਚਾਰ ਇਤਿਆਦਿਕ ਪੜ੍ਹਨ ਪੜ੍ਹਾਉਣ ਦਾ ਕੰਮ ਅਸੀਂ ਕਦੀ ਨਹੀਂ ਕੀਤਾ ਹੈ। ਆਗਿਆ ਤੁਮਰੀ ਕੇ ਅਨੁਸਾਰ। ਬਾਕੀ ਇਹ ਹੈ ਵੀ ਮਹਾਰਾਜ ਤੁਹਾਡੇ ਹੁਕਮ ਦੇ ਬੱਧੇ ਹਾਂ।
ਜੇਕਰ ਤੁਸੀਂ ਕਹਿੰਦੇ ਹੋ ਤੇ ਤੁਹਾਡੀ ਆਗਿਆ ਵਿੱਚ ਹਾਂ। ਮੈਂ ਬੋਲਾਂ ਸੰਗ ਹੋਏ ਹਜ਼ਾਰ। ਤੇ ਮਹਾਰਾਜ ਚਾਹੇ ਇੱਕ ਦੀ ਛੱਡੋ 1000 ਬ੍ਰਾਹਮਣ ਵੀ ਪੰਡਤ ਵਿਦਵਾਨ ਇਕੱਠਾ ਹੋ ਜਾਵੇ, ਜੇਕਰ ਤੁਹਾਡੀ ਆਗਿਆ ਹੈ ਤੇ ਮਹਾਰਾਜ ਅਸੀਂ ਜ਼ਰੂਰ ਉਹਨਾਂ ਦੇ ਨਾਲ ਚਰਚਾ ਕਰਾਂਗੇ। ਬਿਰਦ ਲਾਜ ਤੁਮ ਕੋ ਸਭ ਹੈ। ਕਿਉਂਕਿ ਮਹਾਰਾਜ ਜੇ ਅਸੀਂ ਹਾਰਦੇ ਹਾਂ ਤੇ ਸਿੱਖ ਦੀ ਲਾਜ ਵੀ ਤੁਹਾਨੂੰ ਹੈ ਸੱਚੇ ਪਾਤਸ਼ਾਹ ਜੀ। ਸਾਨੂੰ ਕੌਣ ਜਾਣਦਾ ਹੈ, ਸਭ ਤੁਹਾਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਜ ਆਪਣੇ ਬਿਰਦ ਦੀ, ਆਪਣੇ ਧਰਮ ਦੀ। ਹਮਰਾ ਹਮਰੋ ਨਾਮ ਨ ਕੋ ਕਹੈ। ਸਾਡਾ ਤਾਂ ਨਾਮ ਮਹਾਰਾਜ ਕੋਈ ਨਹੀਂ ਜਾਣਦਾ, ਨਾ ਕਿਸੇ ਕਹਿਣਾ ਵੀ ਸ਼੍ਰੀ ਰਾਮਦਾਸ ਜੀ ਹਾਰੇ ਹੈ। ਸਤਿਗੁਰੂ ਜੀ ਸਾਰੀ ਹਾਰ ਦੀ ਜਾਂ ਜੋ ਲੱਜਾ ਹੈ ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਨਾਮ ਨੂੰ ਹੈ, ਸਾਨੂੰ ਨਹੀਂ ਜਾਣਦਾ ਕੋਈ। ਇਮ ਬਿਨਤੀ ਸੁਨ ਸਰਾਨ ਕਿਰਪਾਲ। ਇਹ ਕਿਰਪਾ ਦੇ ਘਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੇਨਤੀ ਸੁਣੀ ਹੈ ਸ਼੍ਰੀ ਰਾਮਦਾਸ ਜੀਆਂ ਦੀ। ਕਿਰਪਾ ਦ੍ਰਿਸ਼ਟ ਪਿਖ ਕਹਿ ਤਿਸ ਕਾਲ। ਇਹ ਕਿਰਪਾ ਮਿਹਰ ਦੀ ਨਜ਼ਰ ਦੇ ਨਾਲ ਕਿਰਪਾਲੂ ਪਾਤਸ਼ਾਹ ਜੀਆਂ ਵੇਖਿਆ ਹੈ। ਸਤਿਗੁਰ ਕਹਿਓ ਭਲੇ ਸਮਝਾਏ। ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਭਲੀ ਬਿਧ ਸਮਝਾ ਕੇ ਕਹਿਣ ਲੱਗੇ ਆ ਸ਼੍ਰੀ ਰਾਮਦਾਸ ਜੀਆਂ ਤਾਈ। ਹੇ ਸੁਤ ਤਰਾਸ ਨ ਕੀਜਹਿ ਕਾਏ। ਇਹ ਸਾਡੇ ਪੁੱਤਰ ਸਦਰ ਸ਼੍ਰੀ ਰਾਮਦਾਸ ਜੀ, ਤੁਸੀਂ ਕਿਸੇ ਪ੍ਰਕਾਰ ਦਾ ਵੀ ਉੱਥੇ ਤਰਾਸ ਨਹੀਂ ਕਰਨਾ, ਡਰ ਨਾ ਕਰਿਓ ਜੇ, ਭਾਵ ਕੋਈ ਡਰ ਨਾ, ਝੇਪ ਨਹੀਂ ਮੰਨਣੀ ਉਹਨਾਂ ਦੀ। ਨਿਜ ਭੁਜ ਪਿਖਾਦਾ ਹੈ ਨੀ ਜਬੈ। ਅਸੀਂ ਤੁਹਾਨੂੰ ਇਹ ਵਰਦਾਨ ਦਿੰਦੇ ਹਾਂ ਵੀ ਜਦੋਂ ਤੁਸੀਂ ਆਪਦੇ ਸੱਜੇ ਵਾਲੇ ਪਾਸੇ ਆਪਣੀ ਬਾਹ ਵੱਲੇ ਵੇਖੋ, ਸੱਜੇ ਹੱਥ ਵੇਖੋਗੇ, ਸਭਾ ਵਿਖੈ ਫੁਰ ਆਵਹਿ ਸਬੈ। ਤੇ ਜਿੱਡੀ ਮਰਜ਼ੀ ਸਭਾ ਹੋਵੇ ਲੱਗੀ, ਸੱਜੇ ਪਾਸੇ ਵੇਖ ਲਿਓ ਜੇ, ਸਾਰੇ ਗਿਆਨ ਧਿਆਨ ਤੁਹਾਡੇ ਪਾਸ ਖੜੇ ਹੋਣਗੇ। ਜਿਹੜੀ ਸੰਸਾਰ ਦੀ ਜਿੰਨੀ ਵਿਦਿਆ ਸਭ ਤੁਹਾਨੂੰ ਫੁਰ ਆਵੇਗੀ, ਸਫੁਰ ਹੋ ਜਾਵੇਗੀ। ਚਾਰਹਾਂ ਵੇਦ ਭੇਦ ਕੋ ਪਾਵਹਿ। ਹਾਂ, ਸੱਜੇ ਹੱਥ ਵੇਖਣ ਮਾਤਰ ਹੀ ਤੁਹਾਨੂੰ ਚਾਰੇ ਵੇਦਾਂ ਦਾ ਜਿਹੜਾ ਭੇਦ ਸਿਧਾਂਤ ਹੈ ਸਭ ਪ੍ਰਾਪਤ ਹੋ ਜਾਵੇਗਾ। ਖਟ ਸ਼ਾਸਤਰ ਵਕਤਾ ਹੋਏ ਜਾਵਹਿ। ਜਿਹੜੇ 6 ਸ਼ਾਸਤਰਾਂ ਦੇ ਵੱਖੋ ਵੱਖਰੇ ਵਕਤਾ ਹਨ ਉਹਨਾਂ ਵਰਗੇ, ਜਾਂ ਜਿਹੜੇ 6 ਸ਼ਾਸਤਰ ਆ ਉਹਨਾਂ ਦੀ ਜਿਵੇਂ ਕਥਾ ਕੋਈ ਕਰਨ ਵਾਲਾ ਵਕਤਾ ਹੁੰਦਾ, ਤੁਸੀਂ ਵੈਸੇ ਬਣ ਜਾਓਗੇ। ਅਪਰ ਜੇ ਉਕਤ ਜੁਕਤ ਸਭ ਕੋ ਹੋਏ। ਬਾਕੀ ਹੋਰ ਵੀ ਜਿੰਨੀਆਂ ਉਕਤੀਆਂ ਯਥਾ ਉਚਾਰਨ ਹੁੰਦਾ ਵੈ, ਜੁਗਤੀਆਂ ਸਹਿਤ ਉਚਾਰਨ ਕਰਨਾ ਜਿਹੜਾ ਉਹ ਸਾਰਾ ਹੀ ਤੁਹਾਡੇ ਪਾਸ ਆ ਜਾਵੇਗਾ। ਸਾਰ ਪੁਰਾਨਨ ਕੋ ਲਖ ਸੋਏ। ਹਾਂ, ਸੱਜੇ ਹੱਥ ਵੇਖਣੇ ਮਾਤਰ ਹੀ ਜਿਹੜਾ ਪੁਰਾਣਾ ਦਾ, ਉਹ 18 ਪੁਰਾਣਾ ਦਾ ਜਿੰਨਾ ਵੀ ਸਿਧਾਂਤ ਹੈ ਉਹ ਸਾਰਾ ਤੁਹਾਨੂੰ ਪ੍ਰਾਪਤ ਉਹਦੇ ਲਖਿਆਤੇ ਹੋ ਜਾਓਗੇ, ਲਖਣੇ ਯੋਗ ਬਣ ਜਾਓਗੇ। ਨਿਰਭੈ ਸਭ ਮਹਿ ਕਹੀਐ ਬਾਨੀ। ਤੇ ਉਥੇ ਫਿਰ ਜਾ ਕਰਕੇ ਇਹਦੀ ਕਚਹਿਰੀ ਵਿੱਚ ਨਿਡਰ ਹੋ ਕਰਕੇ ਬਿਨਾਂ ਝੇਪ ਤੋਂ ਸਾਰੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦਾ ਸਿਧਾਂਤ ਜਾ ਕੇ ਦੱਸਣਾ ਕਰੋ। ਖੁੱਲੇ ਬੋਲ ਬੋਲਿਓ, ਵੱਡੀ ਵਿਚਾਰ ਕਰੋ ਆਪ। ਹੇ ਸਤ ਪ੍ਰਾਪਤ ਵਿਜੈ ਮਹਾਨੀ। ਹਾਂ, ਹੇ ਪੁੱਤਰ ਸ਼੍ਰੀ ਰਾਮਦਾਸ ਜੀ, ਤੁਹਾਨੂੰ ਵੱਡੀ ਮਹਾਨ ਜਿੱਤ ਪ੍ਰਾਪਤ ਹੋਵੇਗੀ। ਸ਼ਾਸਤਰਾਨ ਕੇ ਕਰਤਾ ਜੋਏ। ਜਿਹੜੇ ਆ 6 ਸ਼ਾਸਤਰਾਂ ਦੇ ਵੱਖੋ ਵੱਖਰੇ ਕਰਤਾ ਹਨ, ਤੁਜ ਸੰਗ ਕਹੈ ਸਮਰੱਥ ਨ ਸੋਏ। ਉਹਨਾਂ ਦੇ ਵਿੱਚੋਂ ਕੋਈ ਵੀ, ਜਿਵੇਂ ਰਿਸ਼ੀ ਪਤੰਜਲ ਵਰਗੇ, ਬਿਆਸ ਵਰਗੇ, ਗੌਤਮ ਮੁਨੀ ਵਰਗੇ, ਤੋ ਇਤਿਹਾਸਕ ਜਿੰਨੇ ਇਹ 6 ਸ਼ਾਸਤਰਾਂ ਦੇ ਜਿਹੜੇ ਲਿਖਣ ਵਾਲੇ ਰਚਨਹਾਰੇ ਆ, ਇਹਨਾਂ ਵਿੱਚੋਂ ਕੋਈ ਵੀ ਹੈ ਰਾਮਦਾਸ ਜੀ ਤੁਹਾਡੇ ਤੁੱਲ ਨਹੀਂ ਹੋਵੇਗਾ, ਕੋਈ ਤੁਹਾਡੀ ਬਰਾਬਰੀ ਨਹੀਂ ਕਰ ਸਕੇਗਾ। ਇਹ ਨਰਬ ਪੁਰਨ ਕੀ ਕਿਆ ਗਿਣਤੀ। ਤੇ ਐਡੇ ਐਡੇ ਵਿਦਵਾਨ ਭਾਵ ਬਿਆਸ ਵਰਗੇ ਵੀ ਤੁਹਾਡੇ ਬਰਾਬਰ ਨਹੀਂ ਹੋਣਗੇ। ਤੇ ਉਹਦੀ ਕਚਹਿਰੀ ਵਿੱਚ ਅਕਬਰ ਦੀ ਵਿੱਚ ਖੜੇ ਹੋਏ ਆਮ ਸਧਾਰਨ ਪੰਡਤਾਂ ਦੀ ਕੀ ਗਿਣਤੀ ਕਰਨੀ ਹੈ। ਸਰਬ ਸੁਰਾਸੁਰ ਠਾਨ ਹੈ ਬਿਨਤੀ। ਸਾਰੇ ਦੇਵੀ ਦੇਵਤੇ ਜਾਂ ਜਿੰਨੇ ਦੈਂਤ ਸਾਰੇ ਦੇ ਸਾਰੇ ਤੁਹਾਨੂੰ ਚੁਗਣਗੇ, ਅੱਗੇ ਬੇਨਤੀਆਂ ਕਰਦੇ ਦਿਸਣਗੇ। ਏਮ ਸੁਨ ਬਾਕਨ ਤਰਿਓ ਭਰੋਸਾ। ਇਹ ਬਚਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਕੀਤੇ ਆ। ਤੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਸੁਣ ਕਰਕੇ ਬੜਾ ਭਰੋਸਾ ਕੀਤਾ ਹੈ। ਕਰ ਬੰਧਨ ਕੋ ਚੱਲੇ ਅਦੋਸ਼ਾ। ਮਹਾਰਾਜ ਦੇ ਬਚਨਾਂ ਤੇ ਭਰੋਸਾ ਕਰ, ਦੋਸ਼ ਤੋਂ ਰਹਿਤ ਸ੍ਰੀ ਰਾਮਦਾਸ ਜੀ ਚੱਲੇ ਆ ਲਾਹੌਰ ਵੱਲ ਨੂੰ। ਲਵ ਪਰ ਆਪਣੇ ਗ੍ਰਹਿ ਮਹਿ ਗਏ। ਇਥੋਂ ਸ੍ਰੀ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਲਾਹੌਰ ਗਏ ਆ ਗੋਇੰਦਵਾਲ ਸਾਹਿਬ ਤੋਂ ਵਿਚਾਰ ਵਾਸਤੇ। ਇੱਥੇ ਹੀ ਮਹਾਰਾਜ ਦਾ ਜੰਮਪਲ ਹੋਏ ਸਨ, ਵੱਡੇ ਹੋਏ ਸੀ।
ਤੋ ਜਿਸ ਪ੍ਰਕਾਰ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ ਚੂਨਾ ਮੰਡੀ ਲਾਹੌਰ ਵਿਖੇ, ਸੱਚੇ ਪਾਤਸ਼ਾਹ ਜੀ ਇੱਕ ਰਾਤ ਕਹਿੰਦੇ ਇੱਥੇ ਜਾ ਆਪਣੇ ਘਰ ਵਿੱਚ ਰਹੇ ਆ। ਉੱਠੇ ਪ੍ਰਾਤ ਤਹ ਜਾਵਤ ਤੇ ਭਏ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਦੀ ਕਿਰਿਆ ਸੋਧ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਕਬਰ ਦੀ ਕਚਹਿਰੀ ਵਿੱਚ ਜਾ ਖੜੇ ਹੋਏ ਆ। ਸੁਨ ਅਕਬਰ ਨੇ ਸਰਬ ਹਕਾਰੇ। ਤੇ ਇਉਂ ਜਦੋਂ ਅਕਬਰ ਨੇ ਸੁਣਿਆ ਵੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਭੇਜੇ ਹੋਏ ਸੇਵਕ ਆ ਗਏ ਆ, ਤੇ ਅਕਬਰ ਨੇ ਉਹ ਜਿਹੜੇ ਬ੍ਰਾਹਮਣ ਲਾਹੌਰ ਠਹਿਰੇ ਹੋਏ ਸੀ ਫਰਿਆਦੀ ਹੋਏ ਗੋਇੰਦਵਾਲ ਵਾਲੇ ਪਾਸਿਓਂ, ਇਹ ਸਾਰੇ ਹੀ ਸੱਦ ਬੁਲਾ ਲਏ ਆ। ਦਿਜ ਖੱਤਰੀ ਪਹੁੰਚੇ ਤਬ ਸਾਰੇ। ਉੱਚੀ ਜਾਤ ਦੇ ਹੰਕਾਰੀ ਬ੍ਰਾਹਮਣ ਤੇ ਖੱਤਰੀ ਸਾਰੇ ਹੀ ਅਕਬਰ ਦੀ ਕਚਹਿਰੀ ਵਿੱਚ ਪਹੁੰਚ ਗਏ ਆ। ਅਪਰ ਲੋਕ ਅਰ ਸਭ ਉਮਰਾਵ। ਹੋਰ ਜਿਹੜੇ ਲੋਕ ਆ ਤੇ ਅਕਬਰ ਦੇ ਜਿੰਨੇ ਅਹਿਲਕਾਰ ਹਨ ਜਾਂ ਜਿੰਨੇ ਵੀ ਉਹ ਕੁਝ ਤਮਾਸ਼ਾ ਵੇਖਣ ਵਾਲੇ ਜਿਹੜੇ ਹੁੰਦੇ ਆ, ਉਹ ਵੀ ਸਾਰੇ ਕਚਹਿਰੀ ਵਿੱਚ ਸਭਾ ਵਿੱਚ ਆ ਗਏ ਆ। ਮਿਲ ਇਕੱਠੇ ਹੋਏ ਤਿਸ ਥਾਵ। ਬੜੀ ਭੀੜ ਉਹਦੇ ਕਚਹਿਰੀ ਵਿੱਚ ਆਣ ਇਕੱਠੇ ਹੋਏ, ਲੋਕਾਂ ਦੀ ਲੱਗੀ ਇੱਕੇ ਥਾਂ ਸਭ ਇਕੱਠੇ ਹੋਏ ਆ। ਸਭਨ ਸੰਗ ਅਕਬਰ ਨੇ ਕਹਿਓ। ਇਹਨਾਂ ਸਾਰਿਆਂ ਬ੍ਰਾਹਮਣ ਖੱਤਰੀਆਂ ਸਮੇਤ ਜਿਹੜੇ ਅਕਬਰ ਹੈ ਬਾਦਸ਼ਾਹ ਇਹ ਬੋਲਿਆ ਹੈ। ਕੌਣ ਖੋਟ ਇਨ ਮਹਾ ਤੁਮ ਲਹਿਓ। ਤੇ ਕਹਿੰਦੇ ਹਾਂ ਭਾਈ ਦੱਸੋ ਬ੍ਰਾਹਮਣ ਜੀ ਤੇ ਖੱਤਰੀ ਤੁਸੀਂ ਫਰਿਆਦੀ ਹੋਏ ਆਏ ਹੋ, ਇਸ ਕਰਕੇ ਤੁਹਾਨੂੰ ਪੁੱਛਿਆ ਜਾਂਦਾ ਵੀ ਇਹਨਾਂ ਵਿੱਚ ਦੱਸੋ ਕਿਹੜੀ ਖੋਟ ਤੁਹਾਨੂੰ ਦਿਸੀ ਹੈ ਸ੍ਰੀ ਗੁਰੂ ਅਮਰਦਾਸ ਦੇ ਘਰ ਵਿੱਚ, ਜਿਸ ਪਰ ਕਰ ਪੁਕਾਰ ਸਭ ਆਏ। ਜਿਸ ਕਰਕੇ ਤੁਸੀਂ ਸਾਡੇ ਪਾਸ ਫਰਿਆਦ ਦਰਖਾਸਤ ਲੈ ਕੇ ਆਏ ਹੋ। ਆਪਣਾ ਧਰਮ ਕਹ ਸਮਝਾਏ। ਹਾਂ ਤੁਸੀਂ ਮੈਨੂੰ ਆਪ ਦਾ ਧਰਮ ਦੱਸੋ ਸਮਝਾ ਕਰਕੇ। ਕਹਿੰਦੇ ਸੀ ਨਾ ਸਾਡੇ ਧਰਮ ਵਿੱਚ ਵਿਘਨ ਪਾਇਆ ਸ੍ਰੀ ਗੁਰੂ ਅਮਰਦਾਸ ਜੀਆਂ। ਤੇ ਇਹ ਅਕਬਰ ਬਾਦਸ਼ਾਹ ਪੁੱਛਦਾ ਬ੍ਰਾਹਮਣਾਂ ਨੂੰ ਹੁਣ ਦੱਸੋ ਕੀ ਵਿਘਨ ਪਾਇਆ, ਤੁਹਾਡਾ ਧਰਮ ਕਿਸ ਪ੍ਰਕਾਰ, ਕੀ ਉਹਦਾ ਸਿਧਾਂਤ ਮਤਾ ਹੈ, ਸਾਨੂੰ ਸਮਝਾ ਕੇ ਦੱਸੋ ਆਪ। ਦਿਜ ਖੱਤਰੀ ਪੰਡਿਤ ਵਿੱਚ ਕਈ। ਤੇ ਜਿਹੜੇ ਬ੍ਰਾਹਮਣ ਹਨ ਖੱਤਰੀ ਇਹਨਾਂ ਦੇ ਵਿੱਚ ਕਈ ਪੰਡਿਤ ਹਨ, ਭਾਵ ਵਿਦਵਾਨ ਲੋਕ ਜਿਹੜੇ ਆ। ਮਤ ਸਰ ਅਗਨ ਜਰਤ ਹੈ ਜੀ। ਜਿਹੜੇ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਈਰਖਾ ਕਰਦੇ ਆ ਤੇ ਈਰਖਾ ਦੀ ਅੱਗ ਵਿੱਚ ਸੜੇ ਹੋਏ ਹਨ। ਸੋ ਬੋਲੇ ਇਨ ਖੱਤਰੀ ਜਾਤ। ਤੇ ਉਹ ਬੋਲੇ ਆ ਜਿਹੜੇ ਇਧਰ ਪੰਡਤ ਨੇ ਨਾ ਇਹਨਾਂ ਦੇ ਵਿੱਚ, ਕਿਉਂਕਿ ਉਹ ਬ੍ਰਾਹਮਣ ਸਾਰੇ ਨਹੀਂ ਪੜ੍ਹੇ ਹੁੰਦੇ ਤੇ ਨਾ ਹੀ ਉਹ ਖੱਤਰੀ ਸਾਰੇ ਕੋ ਜਾਣਦੇ। ਇਹਨਾਂ ਦੇ ਨਾਲ ਕੁਝ ਵਿਦਵਾਨ ਵੀ ਆਏ ਸਨ। ਉਹ ਵਿਦਵਾਨ ਜਿਹੜੇ ਚਤੁਰ ਸਨ ਉਹ ਬੋਲੇ ਆ, ਕਹਿੰਦੇ ਆ ਵੀ ਇਹਨਾਂ ਨੂੰ ਪੁੱਛੋ। ਅਕਬਰ ਨੂੰ ਕਹਿੰਦੇ ਆ ਵੀ ਇਹਨਾਂ ਦੀ ਜਾਤ ਖੱਤਰੀ ਨਹੀਂ, ਇਹ ਛਤਰੀ ਵਰਨ ਦੇ ਨਹੀਂ ਹਨ। ਇਹ ਜਿਹੜੇ ਗੁਰੂ ਅਮਰਦਾਸ ਜੀ ਉਹ ਵੀ ਤੇ ਜਿਹੜੇ ਆਏ ਹਨ ਸ਼੍ਰੀ ਰਾਮਦਾਸ ਜੀ ਇਹ ਸਾਰੇ ਖੱਤਰੀ ਕੁਲ ਜਾਤ ਵਿੱਚੋਂ ਹਨ। ਆਪਣਾ ਪੰਥ ਕਰਿਓ ਬਖਿਆਤ। ਤੇ ਪਰ ਸ਼੍ਰੀ ਅਮਰਦਾਸ ਜੀ ਮਹਾਰਾਜ ਖੱਤਰੀ ਹੋ ਕਰਕੇ ਛਤਰੀ ਹੋ ਕਰਕੇ ਤੇ ਆਪਣਾ ਲਾਗੀ ਪੰਥ ਜਿਹੜਾ ਵਾ ਪ੍ਰਗਟ ਕਰ ਰਹੇ ਹਨ। ਵੇਦ ਰੀਤ ਕੋ ਤਿਆਗਨ ਕਰਿਓ। ਇਹਨਾਂ ਨੇ ਇਹ ਅਕਬਰ ਬਾਦਸ਼ਾਹ ਜੀ ਵੇਦਾਂ ਦੀ ਜਿਹੜੀ ਰੀਤ ਮਰਿਆਦਾ ਹੈ ਉਹਨੂੰ ਛੱਡਣਾ ਕੀਤਾ, ਤਿਆਗ ਦਿੱਤੀ ਹੈ ਇਹ ਗੁਰੂ ਘਰ ਵਾਲਿਆਂ ਨੇ। ਔਰੇ ਮਤ ਆਪਣੋ ਪਰਚਰਿਓ। ਤੇ ਆਪ ਦਾ ਮਤ ਹੋਰ ਹੀ ਪ੍ਰਚਲਿਤ ਕੀਤਾ ਜਾ ਰਿਹਾ ਹੈ ਵੀ ਵਾਹਿਗੁਰੂ ਮੰਨੋ ਸਾਰੇ ਇੱਕ ਹਨ ਜਥਾ। ਇਹ ਇਸ ਤਰ੍ਹਾਂ ਕਹਿੰਦੇ ਆ ਕਿ ਵੇਦਾਂ ਦੀ ਰੀਤ ਛੱਡ ਕੇ ਤੇ ਆਪ ਦਾ ਪੰਥ ਜਿਹੜਾ ਪ੍ਰਚਾਰ ਕਰ ਰਹੇ ਹੈ ਖੱਤਰੀ ਹਨ, ਖੱਤਰੀ ਕੁੱਲ ਵਿੱਚੋਂ ਹੋ ਕੇ ਤੇ ਵੇਦਾਂ ਤੋਂ ਆਕੀ ਹੋਏ ਹਨ। ਅਪਰ ਬਾਤ ਤੋ ਕਹਿਨੀ ਕਹਾਂ। ਤੇ ਹੋਰ ਤਾਂ ਗੱਲ ਇਹ ਅਕਬਰ ਬਾਦਸ਼ਾਹ ਸੀ, ਅਗਲੀ ਗੱਲ ਤਾਂ ਕਹਿਣੀ ਕੀ ਹੈ, ਹੋਰ ਨਹੀਂ ਅਸੀਂ ਗੱਲ ਅੱਗੇ ਕਰਦੇ ਹਾਂ। ਹਿੰਦੁਨ ਧਰਮ ਗਾਇਤਰੀ ਮਹਾ। ਹਿੰਦੂਆਂ ਦੇ ਧਰਮ ਵਿੱਚ ਜਿਹੜੀ ਗਾਇਤਰੀ ਦਾ ਮੰਤਰ ਜਿਹਨੂੰ ਮਹਾਨ ਮੰਨਿਆ ਜਾਂਦਾ ਹੈ, ਸੋ ਭੀ ਨਹਿ ਜਾਣਹਿ ਨਹਿ ਜਾ ਜਪੈ। ਇਹ ਖੱਤਰੀ ਹੋ ਕਰਕੇ ਹਰੇਕ ਖੱਤਰੀ ਦਾ ਧਰਮ ਹੈ ਗਾਇਤਰੀ ਮੰਤਰ ਜਪੇ ਪੜ੍ਹੇ। ਇਹਨਾਂ ਨੂੰ ਪੁੱਛੋ ਵੀ ਇਹ ਜਪਦੇ ਆ ਗਾਇਤਰੀ ਮੰਤਰ, ਪੜ੍ਹਦੇ ਆ ਨਾ, ਇਹ ਗਾਇਤਰੀ ਮੰਤਰ ਨੂੰ ਜਾਣਦੇ ਵੀ ਨਹੀਂ ਹਨ। ਜਪਣਾ ਇਹਨਾਂ ਨੇ ਕੀ ਹੈ, ਇਹ ਬ੍ਰਾਹਮਣ ਬੋਲੇ ਆ। ਗੁਰਬਾਣੀ ਕੁਛ ਔਰ ਹੈ ਥਪੈ। ਇਹ ਗੁਰਬਾਣੀ ਦੇ ਨਾਂ ਤੇ ਕੁਝ ਹੋਰ ਹੀ ਥਾਪ ਰਹੇ ਆ, ਹੋਰ ਹੀ ਪ੍ਰਚਲਿਤ ਪ੍ਰਚਾਰ ਕਰ ਰਹੇ ਹਨ, ਭਾਵ ਜਿਹੜੀ ਧੁਰੋਂ ਬਾਣੀ ਆਈ ਦੇ ਬਾਬਤ ਇਸ਼ਾਰਾ ਕਰਕੇ ਇਹ ਬ੍ਰਾਹਮਣ ਬੋਲਦੇ ਆ। ਤਬ ਅਕਬਰ ਨੇ ਇਹਨੇ ਦੇਸ਼ ਭੇਖਾ। ਤੋ ਕਹਿੰਦੇ ਆ ਕਿ ਇਹ ਬੋਲੇ ਆ ਸਾਰੇ ਵੀ ਇਸ ਤਰ੍ਹਾਂ ਕਰ ਰਹੇ, ਸਾਨੂੰ ਆਹ ਤਕਲੀਫ ਹੈ। ਅਕਬਰ ਬਾਦਸ਼ਾਹ ਵੇਖਿਆ ਹੈ ਇਹ ਬ੍ਰਾਹਮਣਾਂ ਦੇ ਤਰਫ ਅਕਬਰ ਬਾਦਸ਼ਾਹ ਨੇ ਗਾਇਤਰੀ ਤਮ ਧਰਮ ਵਿਸ਼ੇਖਾ। ਕਹਿੰਦੇ ਅਕਬਰ ਬਾਦਸ਼ਾਹ ਬੋਲਿਆ
ਕਿ ਇਹ ਬ੍ਰਾਹਮਣ ਜੀ ਕੀ ਗਾਇਤਰੀ ਜਿਹੜੀ ਹੈ ਇਹ ਤੁਹਾਡਾ ਧਰਮ ਵਿੱਚ ਵਿਸ਼ੇਸ਼ ਹੈ? ਇਹ ਸਵਾਲੀਆ ਚਿੰਨ੍ਹ ਰੱਖ ਬੋਲਿਆ ਹੈ। ਸੋ ਭੀ ਪਠੀ ਨ ਤੁਮਨੇ ਕੈਸੇ। ਤੇ ਉਹ ਇਸ ਪ੍ਰਕਾਰ ਫਿਰ ਜਿਹੜੇ ਹੈ ਉਹ ਅਕਬਰ ਬੋਲਿਆ। ਸ਼੍ਰੀ ਰਾਮਦਾਸ ਜੀ ਫਿਰ ਇਧਰਲੇ ਪਾਸਿਓਂ ਆਏ ਹੋਏ ਆ ਨਾ, ਗੁਰੂ ਅਮਰਦਾਸ ਮਹਾਰਾਜ ਵਾਲੇ ਪਾਸਿਓਂ ਵਕੀਲ ਦੇ ਤੌਰ ਤੇ ਕਹਿ ਲਓ। ਅਕਬਰ ਜੀ ਜਿਹੜਾ ਬਾਦਸ਼ਾਹ ਹੈ ਬੋਲਿਆ ਸ਼੍ਰੀ ਰਾਮਦਾਸ ਜੀਆਂ ਤਾਂ ਹੀ ਵੀ ਜਿਹੜਾ ਹਿੰਦੂ ਧਰਮ ਵਿੱਚ ਜਾਂ ਇਹਨਾਂ ਦਾ ਧਰਮ ਵਿੱਚ ਜਿਹੜਾ ਵੀ ਗਾਇਤਰੀ ਹੈ ਇਹ ਵਿਸ਼ੇਸ਼ ਧਰਮ ਹੈ, ਵਿਸ਼ੇਸ਼ ਇਹਨਾਂ ਦੇ ਧਰਮ ਵਿੱਚ ਇਹਦਾ ਸਥਾਨ ਹੈ। ਸੋ ਪੀਪਠੀ ਨਾ ਤੁਮਨੇ ਕੈਸੇ, ਵੀ ਦੱਸੋ ਸ਼੍ਰੀ ਰਾਮਦਾਸ ਜੀ ਤੁਸੀਂ ਕਿਸ ਪ੍ਰਕਾਰ ਛਤਰੀ ਹੋ ਕਰਕੇ, ਜਿਵੇਂ ਦੱਸਦੇ ਆ ਖੱਤਰੀਆਂ ਦੀ ਰੀਤ ਗਾਇਤਰੀ ਪੜ੍ਹਨੀ, ਤੁਸੀਂ ਕਿਉਂ ਨਹੀਂ ਇਹ ਗਾਇਤਰੀ ਮੰਤਰ ਪੜ੍ਹਦੇ ਜਪਦੇ ਹੋ? ਹਿੰਦ ਧਰਮ ਖੱਤਰੀ ਕਿਮ ਐਸੇ। ਤੇ ਹਿੰਦੂਆਂ ਦਾ ਧਰਮ ਜਿਹੜਾ ਖੱਤਰੀ ਹੈ ਜਿਸ ਪ੍ਰਕਾਰ ਹੈ ਸੇ, ਜਿਹੋ ਜਿਹਾ ਹੈ ਖੱਤਰੀ ਧਰਮ ਉਸ ਦੇ ਅਨੁਸਾਰ ਤੁਸੀਂ ਕਿਉਂ ਨਹੀਂ ਇਹ ਗਾਇਤਰੀ ਪੜ੍ਹਦੇ ਜਿਵੇਂ ਦੱਸਦੇ ਹਨ? ਰਾਮਦਾਸ ਗੁਰ ਬਚਨ ਸੰਭਾਰਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਅਕਬਰ ਦੇ ਬਚਨ ਨੂੰ ਸੰਭਾਲਦੇ ਹੋਏ ਬੋਲੇ ਐ। ਭੁਜਾ ਦਾਹੇ ਨੀ ਦਿਸ਼ਾ ਨਿਹਾਰਾ। ਵੀ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਵਰਦਾਨ ਸੀ ਨਾ, ਜਦੋਂ ਅਕਬਰ ਨੇ ਸਵਾਲ ਪੁੱਛਿਆ ਸ਼੍ਰੀ ਰਾਮਦਾਸ ਜੀਆਂ ਨੇ ਉਸੇ ਸਮੇਂ ਹੀ ਆਪਣੇ ਸੱਜੇ ਪਾਸੇ ਬਾਹ ਵਾਲੇ ਭਾਵ ਸੱਜੇ ਹੱਥ ਵੇਖਿਆ ਹੈ। ਸਭ ਵਿਦਿਆ ਪ੍ਰਾਪਤ ਵੀ ਐਸੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਯਾਦ ਕੀਤਾ, ਸਾਰੇ ਤਰ੍ਹਾਂ ਦੀ ਵਿਦਿਆ ਕੋਲ ਖੜੀ ਦਿਸੀ ਹੈ। ਚਰੰਕਾਲ ਪਠ ਜਾਵਹਿ ਜੈਸੇ। ਤੇ ਜਿਵੇਂ ਕਹਿੰਦੇ ਚਿਰੰਕਾਲ ਦਾ ਕੋਈ ਪੜਿਆ ਹੋਵੇ, ਬੜੇ ਲੰਮੇ ਸਮੇਂ ਤੋਂ ਕੋਈ ਪੜ ਰਿਹਾ ਹੋਵੇ, ਤੋ ਇਹੋ ਜੀ ਵਿਦਿਆ ਸਾਰੇ ਤਰ੍ਹਾਂ ਦੀ ਵਿਦਿਆ ਜਿਹੜੀ ਹੈ ਸ਼੍ਰੀ ਰਾਮਦਾਸ ਮਹਾਰਾਜ ਨੂੰ ਸਫੁਰ ਹੋ ਆਈ ਹੈ। ਬੋਲੇ ਰਾਮਦਾਸ ਸੰਗ ਸ਼ਾਹੂ। ਤੇ ਸ਼੍ਰੀ ਰਾਮਦਾਸ ਜੀ ਸੱਚੇ ਪਾਤਸ਼ਾਹ ਬੋਲੇ ਅਕਬਰ ਜੀ ਦੇ ਨਾਲ, ਪਠਹਿ ਗਾਇਤਰੀ ਹਮ ਤੁਮ ਪਾਹੂ। ਕਹਿੰਦੇ ਆ ਹੇ ਅਕਬਰ ਬਾਦਸ਼ਾਹ ਅਸੀਂ ਪੜ੍ਹਦੇ ਹਾਂ ਗਾਇਤਰੀ, ਕਿਉਂ ਨਹੀਂ ਪੜ੍ਹਦੇ ਹਾਂ? ਅਰਥ ਸਮੇਤ ਸੁਨਾਵਹਿ ਸਾਰੀ। ਜੇ ਕਹੋ ਤੇ ਅਸੀਂ ਹੁਣੇ ਹੀ ਤੁਹਾਡੇ ਪਾਸ, ਇਹ ਕਹਿੰਦੇ ਆ ਨਾ ਵੀ ਗਾਇਤਰੀ ਨਹੀਂ ਜਾਣਦੇ, ਪੜ੍ਹਨੀ ਦੂਰ ਦੀ ਗੱਲ ਹੈ, ਅਸੀਂ ਹੁਣੇ ਹੀ ਗਾਇਤਰੀ ਪੜ੍ਹ ਕੇ ਸੁਣਾਉਣੇ ਆ ਤੁਹਾਡੇ ਪਾਸ, ਔਰ ਸੁਣਾਵਾਂਗੇ ਦੀ ਸਾਰੀ ਅਰਥਾਂ ਦੇ ਸਮੇਤ ਸੁਣਾ ਦੇਵਾਂਗੇ। ਜੋ ਆਸ਼ਾ ਹੈ ਤਾਹੇ ਮਝਾਰੀ। ਜਿਹੜਾ ਉਹਦਾ ਸਿਧਾਂਤ ਹੈ ਗਾਇਤਰੀ ਦਾ ਉਸ ਗਾਇਤਰੀ ਦੇ ਵਿੱਚ ਛੁਪਿਆ ਹੋਇਆ। ਸਭ ਕੇ ਬੀਚ ਪਾਠ ਦਿਸ ਪਠੇ। ਅਸੀਂ ਉਹਦਾ ਪਾਠ ਗਾਇਤਰੀ ਦਾ ਇਹਨਾਂ ਸਾਰਿਆਂ ਬ੍ਰਾਹਮਣਾਂ ਦੇ ਵਿੱਚ ਤੁਹਾਡੀ ਸਭਾ ਵਿੱਚ ਉੱਚੀ ਬੋਲ ਕੇ ਪੜ੍ਹ ਦਿੰਦੇ ਹਾਂ। ਪਾਪ ਪੁੰਨ ਸਭ ਇਨ ਸਿਰ ਚੜ੍ਹੇ। ਪਰ ਇੱਕ ਗੱਲ ਜਾਣ ਲਓ ਅਕਬਰ ਬਾਦਸ਼ਾਹ, ਇਹ ਹਿੰਦੂਆਂ ਦਾ ਵੀ ਇਹ ਸਿਧਾਂਤ ਬਣਾਇਆ ਹੋਇਆ ਵੀ ਗਾਇਤਰੀ ਕੋਈ ਉੱਚੀ ਬੋਲ ਕੇ ਨਹੀਂ ਪੜ੍ਹ ਸਕਦਾ, ਉਹਦੇ ਸਿਰ ਪਾਪ ਚੜ੍ਹਦਾ। ਤੇ ਹੁਣ ਅਸੀਂ ਇਹ ਕਹਿੰਦੇ ਗਾਇਤਰੀ ਆਉਂਦੀ ਨਹੀਂ, ਅਸੀਂ ਸੁਣਾਉਨੇ ਆ ਗਾਇਤਰੀ ਅਰਥਾਂ ਸਮੇਤ, ਪਰ ਪੁੱਛੋ ਇਹਨਾਂ ਬ੍ਰਾਹਮਣਾਂ ਨੂੰ ਉਹਦਾ ਪਾਪ ਕਿਹਨੂੰ ਲੱਗੇਗਾ? ਤੁਸੀਂ ਕਹਿੰਦੇ ਹੋ ਕਿ ਜੇ ਗਾਇਤਰੀ ਕੋਈ ਬੋਲ ਕੇ ਪੜ੍ਹੇਗਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਹਨ ਕਿ ਕਹੂੰ ਹੋਏ ਕਾ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕਾ ਪੁਰਕਾ ਪੁਕਾਰੇ ਬਾਂਗ ਦੇਤ ਹੋ। ਹਿੰਦੂਆਂ ਦਾ ਸਿਧਾਂਤ ਹੈ ਕਿ ਗਾਇਤਰੀ ਦਾ ਮੰਤਰ ਜਿਹੜਾ ਗੁਪਤ ਪੜ੍ਹਨਾ ਹੈ, ਜੇ ਬੋਲ ਕੇ ਪੜ੍ਹੀਏ ਤੇ ਪਾਪ ਲੱਗਦਾ, ਸਿਰ ਭਾਰ ਪੈਂਦਾ। ਤੇ ਸ਼੍ਰੀ ਰਾਮਦਾਸ ਜੀ ਮਹਾਰਾਜ ਕਹਿੰਦੇ ਅਕਬਰ ਬਾਦਸ਼ਾਹ ਜੀ ਅਸੀਂ ਬੋਲਦੇ ਆਂ ਪੜ੍ਹਦੇ ਆਂ ਸਮੇਤ ਅਰਥਾਂ ਸਿਧਾਂਤ ਦੇ, ਨਾ ਬ੍ਰਾਹਮਣਾਂ ਨੂੰ ਪੁੱਛੋ ਵੀ ਉਹਦਾ ਭਾਰ ਕੀ, ਕੌਣ ਸਿਰ ਲੈਣ ਨੂੰ ਤਿਆਰ ਹੈ? ਇਮ ਕਹਿ ਤੁਨ ਕੀਨ ਸੇ ਇਸ ਭਾਂਤ। ਇਉਂ ਗੱਜੇ ਹੈ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਅਕਬਰ ਦੀ ਸਭਾ ਦੇ ਵਿੱਚ। ਸਕਲ ਅਰਥ ਕੋ ਕਹੇ ਅਰਥ ਬਖਿਆਤ। ਤੇ ਇਉਂ ਕਹਿੰਦੇ ਆ ਵੀ ਅਸੀਂ ਸਾਰੇ ਜਿਹੜੇ ਅਰਥ ਹਨ ਨਾ ਉਹ ਉਚਾਰਨ ਨੂੰ ਤਿਆਰ ਆ। ਬ੍ਰਾਹਮਣ ਬੋਲੇ ਕਿ ਅਸੀਂ ਲੈਣ ਨੂੰ ਤਿਆਰ ਆ ਭਾਰ, ਕੋਈ ਨਹੀਂ ਤੁਸੀਂ, ਉਹਨਾਂ ਨੂੰ ਐ ਸੀ ਕਿਹੜਾ ਆਉਂਦਾ ਇਹਨਾਂ ਨੂੰ ਗਾਇਤਰੀ ਦਾ ਜਾਪ। ਇਉਂ ਬ੍ਰਾਹਮਣਾਂ ਨੇ ਹਾਂ ਕੀਤੀ, ਸਿਰ ਹਿਲਾਏ ਵੀ ਅਸੀਂ ਕੋਈ ਗੱਲ ਨਹੀਂ, ਇਹ ਪਾਪ ਸਾਡੇ ਸਿਰ ਰਵੇ ਜੇ ਗਾਇਤਰੀ ਉੱਚੀ ਬੋਲ ਕੇ ਤੁਸੀਂ ਸੁਣਾਓ ਸਹੀ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਸਮੇਤ ਅਰਥਾਂ ਦੇ ਸਮੇਤ ਸਿਧਾਂਤ ਦੇ ਫਿਰ ਇੱਥੇ ਗਾਇਤਰੀ ਦਾ ਜਾਪ ਸੁਣਾਇਆ ਹੈ। ਓੰਕਾਰ ਉਚਾਰਨ ਕਰਿਓ। ਤੇ ਪਹਿਲਾਂ ਗਾਇਤਰੀ ਦਾ ਸਿਧਾਂਤ ਸਮੇਤ ਅਰਥਾਂ ਦੇ ਸਾਰਾ ਸੁਣਾਇਆ, ਫਿਰ ਸ਼੍ਰੀ ਰਾਮਦਾਸ ਜੀ ਮਹਾਰਾਜ ਜੀਆਂ ਓੰਕਾਰ ਉਚਾਰਨ ਕੀਤਾ, ਇਹਦੇ ਅਰਥ ਉਚਾਰਨ ਕੀਤੇ ਹਨ। ਸੁਨ ਤੁਨ ਵਾਯੂ ਗਮਨਤ ਥਿਰਿਓ। ਤੇ ਸੁਣ ਕੇ ਜਿਹੜੀ ਹੈ ਨਾ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਮੁੱਖੋਂ ਓੰਕਾਰ ਜਦੋਂ ਮਹਾਰਾਜ ਦੀਆਂ ਸਿਧਾਂਤ ਅਰਥ ਤਤ ਪ੍ਰਾਗ ਸਾਰਾ ਸੁਣਾਇਆ ਹੈ ਅਕਬਰ ਦੀ ਕਚਹਿਰੀ ਵਿੱਚ, ਤੇ ਕਵੀ ਰਾਜ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਵਾ ਵੀ ਰੁਕ ਗਈ ਐਨ ਇੱਕ ਥਾਨ
ਜਿਹੜਾ ਨਾ ਸਭ ਕੁਝ ਹਿੱਲਣੋਂ ਹਟ ਗਿਆ ਐਨ ਹਵਾ ਵੀ ਆਪਦਾ ਮਾਨੋ ਸਵਾਸ ਥੰਮ ਕੇ ਮਹਾਰਾਜ ਦੇ ਮੁਖੋਂ ਓੰਕਾਰ ਦਾ ਬਚਨ ਸੁਣ ਰਹੀ ਹੋਵੇ। ਪਾਥਰ ਮਿਲ ਤਹਾਂ ਹੋਏ ਗਏ। ਤੇ ਕਹਿੰਦੇ ਪੱਥਰ ਸੀ ਲੱਗਿਆ ਜਿਹੜਾ ਔਰ ਇਸ ਅਕਬਰ ਦੀ ਕਚਹਿਰੀ ਵਿੱਚ ਕਹਿੰਦੇ ਕੰਧਾਂ ਵੀ ਮੋਮ ਬਣ ਗਈਆਂ ਗੁਰੂ ਰਾਮਦਾਸ ਮਹਾਰਾਜ ਦੇ ਮੂੰਹੋਂ ਓੰਕਾਰ ਦਾ ਸਿਧਾਂਤ ਸੁਣ ਕਰਕੇ। ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਸਿਧਾਂਤ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੁਣਾਇਆ ਅਕਬਰ ਦੀ ਕਚਹਿਰੀ ਦੇ ਅੰਦਰ, ਜਿੰਨੇ ਥੰਮਲੇ ਸੀ ਖਾਲਸਾ ਜੀ ਜਿਵੇਂ ਮੋਮਬੱਤੀ ਹੁੰਦੀ ਐ ਬਣਾ ਦਿੱਤੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਬਾਣੀ ਨੇ ਸੁਣ ਸਭ ਲੋਕ ਬਿਸਮਤੇ ਭਏ। ਐਡਾ ਵੱਡਾ ਸਿਧਾਂਤ ਖੋਲਿਆ ਨਾ ਜਦੋਂ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਸਾਰੇ ਹੀ ਵੇਖਣ ਵਾਲੇ ਮੂੰਹ ਵਿੱਚ ਉਂਗਲਾਂ ਲੈ ਰਹੇ ਆ, ਸਭ ਹੈਰਾਨ ਹੋ ਗਏ ਆ। ਦਰਵਿਓ ਸੋ ਮਨ ਸਭ ਕੋ ਤਿਸ ਕਾਲ। ਜਿੱਥੇ ਪੱਥਰ ਪਿੰਗਲ ਗਏ ਫਿਰ ਮਨ ਸਾਧ ਸੰਗ ਜੀ ਕਿੱਥੇ ਕਠੋਰ ਰਹਿਣੇ ਸੀ, ਸਾਰਿਆਂ ਦੇ ਮਨ ਦਰਵੀ ਭੂਤ ਹੋ ਰਹੇ ਆ। ਦੂਸ਼ਣ ਪੰਡਿਤ ਕੀਨ ਵਿਸ਼ਾਲ। ਕੋਈ ਨਹੀਂ ਬੋਲਿਆ, ਸਭ ਦੀ ਮਾਂ ਮਰ ਗਈ। ਜਿੰਨੇ ਪੰਡਿਤ ਸਨ ਸਾਰੇ ਦੇ ਸਾਰੇ ਹੀ ਨੀਵੀਆਂ ਪਾ ਗਏ, ਚੁੱਪ ਹੋ ਗਏ ਆ। ਸ਼ੀਤਲ ਹਿਰਦੈ ਭਏ ਸਭ ਕੇਰ। ਤੇ ਸਾਰਿਆਂ ਦੇ ਹਿਰਦੇ ਮਹਾਰਾਜ ਨੇ ਐਨ ਠੰਡੇ ਠਾਰ ਕਰ ਦਿੱਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਸੁਣਾਇਆ ਸਿਧਾਂਤ ਕਿ ਅਕਬਰ ਬਾਦਸ਼ਾਹ ਇਸ ਗੁਰੂ ਨਾਨਕ ਮਹਾਰਾਜ ਦੇ ਦਰ ਅੰਦਰ ਨਹੀਂ ਤੇਰ ਮੇਰ ਹੈ। ਇੱਥੇ ਤਾਂ ਸਾਰਿਆਂ ਨੂੰ ਜਿਹੜਾ ਨਾ ਖੱਤਰੀ ਕੀ ਬ੍ਰਾਹਮਣ ਕੀ ਇਹ ਸਾਰਿਆਂ ਦਾ ਜਿਹੜਾ ਸਿਧਾਂਤ ਇਹ ਮਹਾਰਾਜ ਨੇ ਇੱਕੋ ਹੀ ਕੀ ਹੈ, ਸਭ ਦਾ ਧਰਮ ਵੰਡ ਛਕਣਾ ਹੈ। ਇਹੋ ਜਿਹੇ ਸਿਧਾਂਤ ਤੋਂ ਜਾਣੂ ਕਰਵਾਇਆ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਭੇਓ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ। ਇਹੋ ਜਿਹੇ ਬਚਨ ਜਦੋਂ ਮਹਾਰਾਜ ਨੇ ਚਾਰੇ ਵਰਨਾਂ ਦੇ ਖੁਲਾਸੇ ਕੀਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਹਿਸਕ੍ਰਿਤੀ ਬਾਣੀ ਅੰਦਰ ਜਿਸ ਪ੍ਰਕਾਰ ਹੈ, ਕਹਿੰਦੇ ਕੋਈ ਨਹੀਂ ਬੋਲਿਆ, ਸਭ ਚੁੱਪ ਹੋ ਗਏ ਹਨ। ਪ੍ਰਗਟੀ ਪ੍ਰੀਤ ਰਹੇ ਮੁਖ ਹੇਰ। ਤੇ ਸਾਰਿਆਂ ਦੇ ਮਨ ਵਿੱਚ ਪ੍ਰੇਮ ਪੈਦਾ ਹੋਇਆ, ਸਭ ਇੱਕ ਦੂਜੇ ਦੇ ਮੁਖ ਵੱਲ, ਕੁਝ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਖ ਵੱਲ ਵੇਖਦੇ ਆ। ਅਚਰ ਚਰੇ ਚਰ ਅਚਰ ਭਏ ਜਬ। ਮਹਾਰਾਜ ਦੀ ਮੁਖੋਂ ਓੰਕਾਰ ਦਾ ਜਿਹੜਾ ਸਿਧਾਂਤ ਸੁਣ ਕੇ ਕਹਿੰਦੇ ਜਿਹੜੇ ਆਚਾਰ ਹੁੰਦੇ ਨਾ ਜੜ ਹੁੰਦੇ ਉਹ ਕਹਿੰਦੇ ਚਲਾਏਮਾਨ ਹੋ ਰਹੇ ਆ। ਜਿਹੜੇ ਚਲਾਏਮਾਨ ਸੀ ਉਹ ਜੜ ਹੋ ਰਹੇ ਵਾ, ਭਾਵ ਜੜ ਜੰਗਮ ਬਣ ਗਏ, ਜੰਗਮ ਜੜ ਬਣਾ ਦਿੱਤੇ ਆ। ਕਿਆ ਗਿਣਤੀ ਨਰ ਬਪੁਰਨ ਕੀ ਤੇ ਤਬ। ਜਿੱਥੇ ਪੱਥਰ ਸਾਧ ਸੰਗ ਜੀ ਜਾੜੇ ਆ ਉਹ ਜੰਗਮ ਬਣ ਗਏ। ਹੁਣ ਓੰਕਾਰ ਦਾ ਸਿਧਾਂਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਖੋਂ ਸੁਣ ਕੇ ਉਥੇ ਮਨੁੱਖਾਂ ਦੀ ਕੀ ਕਵੀ ਜੀ ਕਹਿੰਦੇ ਗਿਣਤੀ ਕਰੀਏ, ਇਹਨਾਂ ਕਿਤੇ ਅੜੇ ਰਹਿਣਾ ਹੈ। ਅਕਬਰ ਆਤ ਪ੍ਰਸੰਨ ਹੋਏ ਗਇਓ। ਅਕਬਰ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ ਹੈ। ਸਭਿਨ ਸੁਨਾਏ ਬਖਾਨਤ ਭਇਓ। ਤੇ ਉੱਚੀ ਆਵਾਜ਼ ਵਿੱਚ ਅਕਬਰ ਸਾਰੀ ਕਚਹਿਰੀ ਨੂੰ ਸੁਣਾ ਕੇ ਬੋਲਿਆ ਹੈ। ਪਰਮੇਸ਼ਰ ਦਰਵੇਸ਼ ਜੇ ਦੋ। ਕਹਿੰਦੇ ਆ ਜਿਹੜੇ ਪਰਮੇਸ਼ਰ ਅਕਾਲ ਪੁਰਖ ਦੇ ਦਰਵੇਸ਼ ਹਨ, ਨਹੀਂ ਭੇਦ ਏਕੋ ਇਹ ਸੋਊ। ਇਹ ਪਰਮੇਸ਼ਰ ਦੇ ਦਰਵੇਸ਼ ਹਨ, ਭਾਵ ਕਿ ਜਿਹੜਾ ਇੱਕ ਪਰਮੇਸ਼ਰ ਤੇ ਦਰਵੇਸ਼ ਹੈ ਨਾ, ਇਹਨਾਂ ਵਿੱਚ ਕੋਈ ਭੇਦ ਨਹੀਂ ਹੈ, ਦੋਵੇਂ ਇੱਕੋ ਹੀ ਹੁੰਦੇ ਹਨ। ਇਨ ਸੋ ਸਮਤਾ ਤੁਮ ਹੋਏ ਨਾਹੀ। ਤੇ ਅਕਬਰ ਕਹਿੰਦਾ ਬ੍ਰਾਹਮਣੋ ਤੁਹਾਥੋਂ ਨਹੀਂ ਸਮਤਾ ਹੋਣੀ, ਦਰਵੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਰਾਬਰੀ ਤੁਸੀਂ ਨਹੀਂ ਕਰ ਸਕਦੇ ਹੋ। ਇਹ ਸਾਚੇ ਤੁਮ ਮਿਥਿਆ ਮਾਹੀ। ਤੁਸੀਂ ਸਾਰੇ ਝੂਠੇ ਹੋ, ਝੂਠ ਵਿੱਚ ਜਿਉਣ ਵਾਲੇ ਹੋ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸੱਚੇ ਹਨ, ਤ੍ਰੈਕਾਲ ਆਬਾਦ ਸਰੂਪ ਹਨ। ਵੇਦ ਪੁਰਾਣ ਕਹਿਓ ਇਨ ਕਰਿਓ। ਤੇ ਕਹਿੰਦੇ ਆ ਜਿਹੜੇ ਵੇਦ ਪੁਰਾਣਾਂ ਦਾ ਕਹਿਣਾ ਇਹਨਾਂ ਨੇ ਕੀਤਾ, ਸ਼੍ਰੀ ਰਾਮਦਾਸ ਜੀ ਨੇ ਜਿਹੜਾ ਵੇਦ ਪੁਰਾਣਾਂ ਦਾ ਸਿਧਾਂਤ ਸੁਣਾਇਆ ਹੈ। ਤੁਮ ਕਹੇ ਬੇ ਮਾਤਰ ਮੈਂ ਥਿਰਿਓ। ਭਾਵ ਜਿਹੜਾ ਵੇਦਾਂ ਪੁਰਾਣਾਂ ਵਿੱਚ ਲਿਖਿਆ ਹੈ ਨਾ, ਉਹ ਜੇ ਕਮਾਇਆ ਤੇ ਗੁਰੂ ਕੇ ਸਿੱਖਾਂ ਨੇ ਕਮਾਇਆ ਹੈ, ਸ਼੍ਰੀ ਅਮਰਦਾਸ ਜੀ ਮਹਾਰਾਜ ਦੇ ਸਿੱਖਾਂ ਨੇ ਕਮਾਇਆ ਹੈ। ਤੋ ਜਿਹੜੇ ਵੇਦ ਪੁਰਾਣ ਦੀ ਗੱਲ ਤੁਸੀਂ ਧਾਰੀ ਹੈ ਨਾ, ਧਾਰੀ ਹੈ, ਕੇਵਲ ਕਰਦੇ ਨਹੀਂ। ਤੁਸੀਂ ਕੇਵਲ ਉਹਨੂੰ ਧਾਰਨ ਤੀਕਰ ਸੀਮਤ ਹੋ, ਭਾਵ ਕਹਿਣ ਵਾਲੇ ਹੋ ਤੁਸੀਂ, ਤੁਹਾਡੇ ਕਰਨੀ ਵਿੱਚ ਕੁਝ ਨਹੀਂ, ਤੁਸੀਂ ਕਥਨੀ ਵਾਲੇ ਹੋ। ਪਰ ਗੁਰੂ ਅਮਰਦਾਸ ਜੀ ਮਹਾਰਾਜ ਕਥਨੀ ਦੇ ਪੂਰੇ ਵੈ, ਨਾਲ ਕਰਨੀ ਦੇ ਵੀ ਪੂਰੇ ਹਨ। ਕਿਆ ਨਾ ਕਹਾ ਅਬ ਸਨਮਖ ਬਾਨੀ। ਤੇ ਹੁਣ ਬੋਲੋ, ਇਹ ਜਿਹੜੇ ਆਏ ਆ ਸ਼੍ਰੀ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਵਾਲੇ ਪਾਸਿਓਂ, ਇਹਨਾਂ ਦੇ ਅੱਗੇ ਨੀਵੀਆਂ ਹੁਣ ਕਿਉਂ ਪੈ ਗਈਆਂ ਤੁਹਾਡੀਆਂ?
ਹੁਣ ਦਿਓ ਜਵਾਬ ਜਿਵੇਂ ਇਹ ਬੋਲਦੇ ਹਨ। ਅਰਥ ਸਹਿਤ ਗਾਇਤਰੀ ਬਖਿਆਨੀ। ਤੁਸੀਂ ਕਹਿੰਦੇ ਗਾਇਤਰੀ ਇੱਥੇ ਪੜਦਾ ਕੋਈ ਨਹੀਂ, ਇਹਨਾਂ ਤਾਂ ਸਮੇਤ ਅਰਥਾਂ ਦੇ ਗਾਇਤਰੀ ਸੁਣਾ ਮਾਰੀ ਹੈ। ਇਸ ਮਹਿ ਕਰਹ ਪ੍ਰਸ਼ਨ ਜੇ ਜਾਨਹ। ਹੈ ਕੋਈ ਇਹਦੇ ਵਿੱਚ ਕਮੀ ਗਾਇਤਰੀ ਪੜਨ ਵਿੱਚ? ਜੇ ਕੋਈ ਜਾਣਦੇ ਹੋ ਇਹਦੇ ਵਿੱਚ ਕੋਈ ਅਰਥਾਂ ਸਿਧਾਂਤ ਵਿੱਚ ਕਮੀ, ਤੇ ਫਿਰ ਅੱਗੇ ਹੁਣ ਫਿਰ ਸਵਾਲ ਕਰੋ ਸ਼੍ਰੀ ਰਾਮਦਾਸ ਜੀ ਨੂੰ। ਨਾਹੇ ਤਾਂ ਅਬ ਬੰਧਨ ਕੋ ਠਾਨਹ। ਜੇ ਨਹੀਂ ਤੇ ਇੱਥੇ ਮੱਥਾ ਟੇਕੋ, ਪੈਰੀ ਹੱਥ ਲਾਓ ਸ਼੍ਰੀ ਰਾਮਦਾਸ ਜੀ ਦੇ। ਵੇਖ ਅਕਬਰ ਕੋ ਤੇਜ ਵਿਸਾਲਾ। ਅਕਬਰ ਦਾ ਇਉਂ ਜਿਹੜਾ ਵਾ ਗੁੱਸੇ ਵਾਲਾ ਸੁਭਾਅ, ਪ੍ਰਤਾਪ ਜਿਹਾ, ਗੁੱਸਾ ਚੜਿਆ, ਕ੍ਰੋਧਵਾਨ ਹੋਏ ਅਕਬਰ ਬਾਦਸ਼ਾਹ ਨੂੰ ਜਦੋਂ ਵੇਖਿਆ ਬ੍ਰਾਹਮਣਾ। ਝੂਠੇ ਹੋਏ ਸਕਲ ਤਿਸ ਕਾਲਾ। ਤੇ ਸਾਰੇ ਜਿਹੜੇ ਝੂਠੇ ਜਦੋਂ ਪ੍ਰਤੀਤ ਸਾਰਿਆਂ ਵੇਖਿਆ ਵੀ ਇਹ ਬ੍ਰਾਹਮਣ ਤਾਂ ਝੂਠੇ ਈਰਖਾ ਦੇ ਮਾਰੇ ਹੀ ਇੱਥੇ ਆਏ ਦਰਖਾਸਤਾਂ ਲੈ ਕੇ। ਬਾਕ ਨ ਕਿਨਹਾ ਉਚਾਰਨ ਕੀਨਾ। ਕਿਸੇ ਨੇ ਵੀ ਸਿਰ ਸਿੱਟ ਲਏ ਸਾਰਿਆਂ, ਕੋਈ ਵੀ ਬੋਲ ਨਹੀਂ ਬੋਲਦਾ ਹੈ, ਨੀਵੀਆਂ ਪਾਈਆਂ। ਸਭ ਉੱਠਾ ਉੱਠ ਸਭ ਨੇ ਘਰ ਮਾਰਗ ਲੀਨਾ। ਤੇ ਸਾਰੇ ਕਚਹਿਰੀ ਛੱਡ ਕੇ ਤੇ ਆਪਣੇ ਘਰਾਂ ਨੂੰ ਦੌੜ ਗਏ ਆ। ਰਾਮਦਾਸ ਕੇ ਸੰਗ ਪਿਛਾਰੀ। ਤੇ ਇਧਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਰਹਿ ਗਏ ਕਚਹਿਰੀ ਵਿੱਚ ਇਕੱਲੇ ਹੀ। ਇਹ ਦਾਵਾ ਕਰਨ ਵਾਲੇ ਬ੍ਰਾਹਮਣ ਝੂਠੇ ਨਿਕਲੇ, ਸਭ ਕਚਹਿਰੀ ਛੱਡ ਕੇ ਪਿੱਛੇ ਮੁੜ ਆਏ ਆ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਹਿ ਗਏ ਇਕੱਲੇ ਕਚਹਿਰੀ ਵਿੱਚ ਖਲੇ। ਬਾਨੀ ਅਕਬਰ ਸ਼ਾਹ ਉਚਾਰੀ। ਤੇ ਬੜੇ ਅਦਬ ਸਤਿਕਾਰ ਨਾਲ ਸ਼੍ਰੀ ਰਾਮਦਾਸ ਜੀ ਸੱਚੇ ਪਾਤਸ਼ਾਹ ਜੀਆਂ ਨੂੰ ਬਿਠਾ, ਤੇ ਜਿਹੜਾ ਇਹ ਅਕਬਰ ਬਾਦਸ਼ਾਹ ਹੈ ਇਹਨੇ ਇਹ ਆਪਣੀ ਬੇਨਤੀ ਰੂਪ ਬਚਨ ਕੀਤੇ ਆ। ਜਗ ਕੇ ਲੋਕ ਦੁਖ ਹੈ ਤੁਮਹੇਰ। ਕਹਿੰਦੇ ਆ ਕਿ ਇਹ ਸ਼੍ਰੀ ਰਾਮਦਾਸ ਜੀ ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਦੱਸ ਦੇਣਾ ਵੀ ਜਿਹੜੇ ਸੰਸਾਰ ਦੇ ਨਿੰਦਕ ਲੋਕ ਆ ਨਾ, ਉਹ ਤੁਹਾਨੂੰ ਵੇਖ ਵੇਖ ਕੇ ਬਹੁਤ ਦੁਖੀ ਹੁੰਦੇ ਆ। ਅਨੇਕ ਭਾਂਤ ਕੀ ਨਿੰਦਾ ਢੇਰ। ਤੇ ਅਨੇਕਾਂ ਤਰ੍ਹਾਂ ਦੀ ਨਿੰਦਾ ਜਿਹੜੀ ਕਰਦੇ ਆ ਤੁਹਾਡੀ, ਬਾਹਰ ਲੋਕਾਂ ਵਿੱਚ ਵੀ ਤੇ ਸਾਡੇ ਪਾਸ ਵੀ। ਜਾਂ ਤੇ ਸਭ ਹਨ ਕੋ ਮਨ ਰਾਖਨ। ਤੇ ਇਸ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿਣਾ ਹੈ ਸ਼੍ਰੀ ਰਾਮਦਾਸ ਜੀ ਵੀ ਇਹ ਜਿਹੜੇ ਨਿੰਦਕ ਲੋਕ ਜਾਂ ਬ੍ਰਾਹਮਣ ਜਿਹੜੇ ਕਲਪਦੇ ਆ ਤੁਹਾਡੇ ਮਤੇ ਸਿਧਾਂਤ ਤੋਂ, ਚਲੋ ਤੁਹਾਡਾ ਦਰ ਵੱਡਾ ਹੈ, ਇਹਨਾਂ ਵਿਚਾਰਿਆਂ ਦਾ ਮਨ ਰੱਖਣ ਵਾਸਤੇ ਮਮ ਦਿਸ਼ਤੇ ਗੁਰ ਸੋ ਕਰ ਭਾਖਨ। ਤੇ ਸਾਡੇ ਵਾਲੇ ਪਾਸਿਓਂ ਨਾ ਇਹ ਸ਼੍ਰੀ ਰਾਮਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿ ਦੇਣਾ ਕਰਨ ਤੀਰਥਨ ਕੋ ਇਸ਼ਨਾਨ। ਵੀ ਤੀਰਥਾਂ ਦਾ ਇਸ਼ਨਾਨ ਕਰਕੇ ਆਉਣ, ਭਾਵੇਂ ਹਿੰਦੂਆਂ ਦੇ ਤੀਰਥਾਂ ਨੂੰ ਜਾ ਕਰਕੇ ਪਵਿੱਤਰ ਕਰ ਦੇਣ। ਅੰਗੀਕਾਰ ਕਰਹਿ ਰੁਚ ਠਾਨ। ਤੇ ਬੜੇ ਜਿਹੜੀ ਵੈ ਉਹ ਤਾਂ ਕਰਕੇ ਇਹ ਤੁਹਾਡੇ ਰੋਜ਼ ਕਈ ਚਰਨਾਂ ਦੀ ਧੂੜੀ ਨੂੰ ਅੰਗੀਕਾਰ ਕਰ ਲਿਆ ਕਰਨ ਉੱਥੇ, ਭਾਵੇਂ ਜਿਹੜੇ ਤੀਰਥ ਆ ਨਾ ਇਹਨਾਂ ਹਿੰਦੂਆਂ ਦੇ, ਇਹਨੂੰ ਕਹਿਣਾ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਕਿ ਉਹ ਤੀਰਥਾਂ ਦੀ ਯਾਤਰਾ ਕਰਕੇ ਨਾ ਵਿਚਾਰਿਆਂ ਦੇ ਤੀਰਥ ਵੀ ਪਵਿੱਤਰ ਕਰ ਦੇਣ। ਤੁਮ ਹੋ ਵੱਡੇ ਰੱਖਾ ਮਰਜ਼ਾਦਾ। ਤੇ ਰੁਚ ਠਾਣ ਜਿਹੜਾ ਵੈ ਉਹ ਰੁਚੀ ਠਾਣ ਕੇ ਪ੍ਰੇਮ ਸਹਿਤ, ਕਿਉਂਕਿ ਕਹਿਣਾ ਸ਼੍ਰੀ ਅਮਰਦਾਸ ਜੀ ਮਹਾਰਾਜ ਨੂੰ ਕਿ ਤੁਸੀਂ ਵੱਡੇ ਮਰਿਆਦਾ ਪੁਰਸ਼ੋਤਮ ਹੋ। ਸਾਰ ਸਭ ਹਨ ਕੋ ਮਿਟਹਿ ਵਿਵਾਦਾ। ਤਾਂ ਕਿ ਇਹਨਾਂ ਸਾਰਿਆਂ ਦੇ ਮਨ ਵਿੱਚ ਝਗੜਾ ਮਿਟ ਜਾਵੇ, ਭਾਵ ਇਹਨਾਂ ਨੂੰ ਇਹ ਨਾ ਪ੍ਰਤੀਤ ਹੋਵੇ ਵੀ ਵੱਖਰਾ ਪੰਥ ਚੱਲ ਰਿਹਾ ਹੈ। ਤੀਰਥ ਪਾਵਨ ਤੁਮ ਤੇ ਹੋਏ। ਕਿਉਂਕਿ ਇਹਨਾਂ ਦੇ ਤੀਰਥ ਵੀ ਹੈ ਸ਼੍ਰੀ ਅਮਰਦਾਸ ਜੀ ਤੁਹਾਡੇ ਚਰਨ ਪਾਉਣ ਦੇ ਨਾਲ ਪਵਿੱਤਰ ਹੋ ਜਾਣਗੇ। ਮੂਰਖ ਨਰ ਨਹਿ ਜਾਣਹਿ ਕੋਇ। ਕਿਉਂਕਿ ਜਿਹੜੇ ਮੂਰਖ ਲੋਕ ਨੇ, ਨਿੰਦਕ ਨਹੀਂ, ਹੈ ਗੁਰੂ ਅਮਰਦਾਸ ਜੀ ਤੁਹਾਡੇ ਦਰ ਘਰ ਦੀ ਮਹਿਮਾ ਵਡਿਆਈ ਜਾਣਦੇ। ਇਸ ਪ੍ਰਕਾਰ ਕਹੇ ਅਕਬਰ ਸ਼ਾਹੂ। ਇਹੋ ਜਿਹੇ ਅਕਬਰ ਬਾਦਸ਼ਾਹ ਨੇ ਬਚਨ ਕੀਤੇ ਆ ਬੇਨਤੀ ਰੂਪ ਸ਼੍ਰੀ ਗੁਰੂ ਰਾਮਦਾਸ ਜੀਆਂ ਤਾਈਂ। ਰਾਮਦਾਸ ਕਰ ਵਿਦਾ ਉਮਾਹੂ। ਤੇ ਇਥੋਂ ਫਿਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਵਿਦਾ ਕੀਤਾ ਹੈ। ਇੱਕ ਦਿਨ